ਮੁਲਾਕਾਤਾਂ ਦੇ ਸਿਲਸਿਲੇ 'ਚ ਅੱਜ ਇੱਕ ਵਾਰੀ ਫੇਰ ਅਸੀਂ KPD ਨਿਊਜ਼ ਯਾਨੀ ਖੁਸ਼ਬੂ ਪੰਜਾਬ ਦੀ ਨਿਊਜ਼ ਦੇ ਚੈਨਲ ਦੇ ਉੱਤੇ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਇੱਕ ਖਾਸ ਸ਼ਖਸੀਅਤ ਦੇ ਨਾਲ। ਅੱਜ ਸਾਡੇ ਨਾਲ ਮੌਜੂਦ ਨੇ ਡਿਸਟ੍ਰਿਕਟ ਪਲੈਨਿੰਗ ਕਮੇਟੀ ਦੇ ਚੇਅਰਮੈਨ ਮਨੋਜ ਅਰੋੜਾ ਜੀ। ਮਨੋਜ ਜੀ, ਬਹੁਤ-ਬਹੁਤ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮਨੋਜ ਜੀ, ਜਿਸ ਪੋਜੀਸ਼ਨ ਤੇ ਤੁਸੀਂ ਹੋ, ਪੰਜਾਬ ਪੱਧਰ ਦੀ ਇਹ ਪੋਜੀਸ਼ਨ ਹੈ। ਪੰਜਾਬ ਦੀ ਸਿਆਸਤ ਵੀ ਇਸ ਵੇਲੇ ਬਹੁਤ ਗਰਮ ਹੈ ਔਰ ਇਸ ਗਰਮਾ ਗਰਮੀ ਦੇ ਵਿੱਚ ਜਦੋਂ ਅਸੀਂ ਏਸੀ ਕਮਰੇ 'ਚ ਬੈਠੇ ਹਾਂ ਔਰ ਪਲੈਨਿੰਗ ਕਰਦੇ ਹਾਂ ਤਾਂ ਕਿੱਦਾਂ ਦੀਆਂ ਪਲੈਨਿੰਗਸ ਤੁਹਾਡੇ ਜ਼ਿਹਨ ਦੇ ਵਿੱਚ ਇਸ ਵੇਲੇ ਆ ਰਹੀਆਂ? ਅਸੀਂ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਪਲੈਨਿੰਗ ਕਰਦੇ ਹਾਂ। ਪਲੈਨਿੰਗ ਬੋਰਡ ਦਾ ਮਤਲਬ ਇੱਕ ਵਧੀਆ ਇੱਕ ਪਲਾਨ ਹੋਵੇ, ਸ਼ਹਿਰ ਸਾਫ ਸੁਥਰਾ ਹੋਵੇ, ਸ਼ਹਿਰ ਦੀ ਕਿੱਧਰੋਂ ਨਿਕਲਣਾ ਚਾਹੀਦਾ, ਕਿੱਧਰੋਂ ਆਉਣਾ ਚਾਹੀਦਾ, ਇਹ ਚੀਜ਼ਾਂ ਨੂੰ ਦੇਖਦੇ ਜੀ। ਸਰਕਾਰ ਨੇ ਜਿੰਨਾ ਕੋਈ ਬਜਟ ਡਿਵੈਲਪਮੈਂਟ ਦਾ ਦਿੱਤਾ ਅਸੀਂ ਐਲੋਕੇਟ ਕਰਦੇ ਹਾਂ, MLA ਵਾਈਜ਼, ਕੰਸਟੀਟੂਐਂਸੀ ਵਾਈਜ਼। ਆਹ ਸਾਡਾ ਵਰਕਲੋਡ ਹੈ ਕਿ ਅਸੀਂ ਲੋਕਾਂ ਨੂੰ ਕਿਸ ਤਰੀਕੇ ਨਾਲ ਪ੍ਰਸ਼ਾਸਨ ਦੇਣਾ ਹੈ, ਚਾਹੇ ਪਿੰਡਾਂ ਦੀ ਡਿਵੈਲਪਮੈਂਟ ਹੋਵੇ, ਸਾਰੇ ਸ਼ਹਿਰਾਂ ਦੀ ਹੋਵੇ। ਆਹ ਚੀਜ਼ ਦੇਖਦੇ। ਕੋਈ ਖਾਸ ਖਿੱਤਾ ਵੀ ਹੈ ਤੁਹਾਡੀ ਨਜ਼ਰ ਦੇ ਵਿੱਚ ਕਿ ਹਾਂ ਤੁਸੀਂ ਇਸ ਪਾਸੇ ਨੂੰ ਜ਼ਿਆਦਾ ਧਿਆਨ ਦੇ ਰਹੇ ਹੋ ਜਾਂ ਧਿਆਨ ਦੇਣਾ ਚਾਹੁੰਦੇ ਹੋ? ਸਾਫ਼ ਕੀਤਾ ਹੈ ਕਿ ਕਿਸੇ ਤਰੀਕੇ ਸਮਾਰਟ ਸਿਟੀ ਨੂੰ, ਜਿਸ ਤਰ੍ਹਾਂ ਅਸੀਂ ਇੰਦੌਰ ਦੇਖਿਆ, ਮੈਂ ਜੈਪੁਰ ਦੇਖਿਆ, ਗਵਾਲੀਅਰ ਦੇਖਿਆ, ਉਸ ਤਰੀਕੇ ਨਾਲ ਸ਼ਹਿਰ ਸਾਡਾ ਬਣ ਜਾਵੇ। ਮੇਰੀ ਕੋਸ਼ਿਸ਼ ਤਾਂ ਇਹੀ ਰਹੇਗੀ ਕਿ ਸ਼ਹਿਰ ਸਾਫ ਸੁਥਰਾ ਬਣੇ। ਅਤੇ ਮੈਨੂੰ ਯਾਦ ਹੈ ਅੱਜ ਤੋਂ 2-3 ਸਾਲ ਪਹਿਲੇ ਕੋਈ ਜਲੰਧਰ ਦੇ ਮੇਅਰ ਅਤੇ ਕੌਂਸਲਰਸ ਨੂੰ ਮੈਂ ਬਿਆਸ ਡੇਰੇ ਲੈ ਕੇ ਗਿਆ ਸੀ, ਕਿਉਂਕਿ ਅਸੀਂ ਇੰਦੌਰ ਨਹੀਂ ਜਾ ਸਕੇ। ਚਲੋ ਡੇਰਾ ਬਿਆਸ ਦਿਖਾ ਰਹੀ। ਜਦੋਂ ਡੇਰੇ ਬਿਆਸ ਦੀ ਸਫਾਈ ਦੇਖੀ, ਉਹਨਾਂ ਦਾ ਸਿਸਟਮ ਕਿਹਾ ਕਿ ਅਸੀਂ ਇਸ ਚੀਜ਼ ਨੂੰ 10 ਵੀ ਪੈਸੇ ਵੀ ਅਡੋਪਟ ਕਰ ਲਈਏ, ਸ਼ਾਇਦ ਅਸੀਂ ਕੁਝ ਚੰਗੇ ਨਾਗਰਿਕ ਬਣ ਕੇ ਦਿਖਾਈਏ। ਕਾਰਨ ਇਹ ਕਿ ਮੈਂ ਫਿਰ ਉੱਥੇ ਇੱਕ ਸਵਾਲ ਕੀਤਾ ਗਿਆ ਮੈਨੂੰ, ਮੈਂ ਵੀ ਅੱਗੋਂ ਉੱਥੇ ਸਵਾਲ ਐਡਮਿਨਿਸਟ੍ਰੇਸ਼ਨ ਨੂੰ ਕੀਤਾ ਕਿ ਤੁਹਾਡੀ ਜਗ੍ਹਾ ਸਫਾਈ ਬੜੀ ਹੈ, ਇੱਕ ਪੱਤਾ ਨਹੀਂ ਨਜ਼ਰ ਆ ਰਿਹਾ। ਉਹਨਾਂ ਦਾ ਜਵਾਬ ਸੀ ਕਿ ਇੱਥੇ ਸਫਾਈ ਕਰਨ ਵਾਲੇ 100 ਬੰਦਾ, ਗੰਦ ਪਾਉਣ ਵਾਲੇ 2 ਨੇ, 98 ਸਫਾਈ ਕਰਦੇ ਨੇ। ਅਤੇ ਸਾਡੇ ਸ਼ਹਿਰ 'ਚ ਸਫਾਈ ਕਰਨ ਵਾਲੇ 2 ਨੇ ਅਤੇ ਗੰਦ ਪਾਉਣ ਵਾਲੇ 100 ਨੇ। ਆਹ ਫਰਕ ਹੈ। ਅਤੇ ਜੇ ਇਸ ਚੀਜ਼ ਨੂੰ ਆਪਾਂ ਅਡੋਪਟ ਕਰ ਲਈਏ ਕਿ ਆਪਣਾ ਘਰ ਹੀ ਅਸੀਂ ਸਾਫ਼ ਕਰਾਂਗੇ, ਆਲਾ ਦੁਆਲਾ ਸਾਫ਼ ਰੱਖਣਾ, ਹਰ ਬੰਦਾ ਆਪਣੇ ਘਰ ਦੇ ਬਾਹਰ ਕੁਝ ਡਸਟਬਿਨ ਲਾਵੇ, ਕੁਝ ਆਪਣੀ ਸਫਾਈ ਆਪ ਕਰੇ, ਸ਼ਾਇਦ ਅਸੀਂ ਇਸ ਤੋਂ ਵੱਧ ਜਾਈਏ। ਪਰ ਹਜੇ ਵੀ ਇਹਦੇ ਵਾਸਤੇ ਅਵੇਅਰਨੈਸ ਦੀ ਲੋੜ ਹੈ, ਕਿਉਂਕਿ ਸਾਨੂੰ 70 ਸਾਲ ਹੋ ਗਏ ਆਜ਼ਾਦ ਤੋਂ। ਅੱਜ ਵੀ ਅਸੀਂ ਜਿੱਥੇ ਜਾਂਦੇ ਸਾਡਾ ਸੀਵਰੇਜ ਠੀਕ ਨਹੀਂ ਹੈ, ਸਾਡੀ ਸਫਾਈ ਠੀਕ ਨਹੀਂ ਹੈ, ਸਾਡੀ LED ਲਾਈਟਾਂ ਨਹੀਂ ਲੱਗੀਆਂ। ਅਸੀਂ 70 ਸਾਲ ਨੂੰ ਵੇਖਦੇ ਹਾਂ ਅਸੀਂ ਕਿੱਥੇ ਖੜ੍ਹੇ। ਅਤੇ ਮੇਰੀ ਕੋਸ਼ਿਸ਼ ਹੈਗੀ ਜਿੰਨਾ ਵੀ ਵੱਧ ਤੋਂ ਵੱਧ ਕੰਮ ਕੀਤਾ ਜਾਵੇ, ਲੋਕਾਂ ਨਾਲ ਸਹਿਯੋਗ ਲਿਆ ਜਾਵੇ, ਇਹ ਮੇਰੀ ਪਹਿਲੀ ਪ੍ਰਾਇੋਰਟੀ ਰਹੀ। ਮਨੋਜ ਜੀ ਨੇ ਗੱਲ ਕੀਤੀ ਕਿ ਬਿਆਸ ਡੇਰੇ ਦੇ ਉੱਤੇ ਸਫਾਈ ਬਹੁਤ ਹੈ, ਲੋਕ ਸਾਡੇ ਹੀ ਉੱਥੇ ਜਾਂਦੇ ਨੇ ਔਰ ਉੱਥੇ ਜਾ ਕੇ ਜਿਹੜੀ ਇਹਨਾਂ ਨੇ ਰੇਸ਼ੋ ਦੀ ਗੱਲ ਕੀਤੀ ਕਿ 98% ਲੋਕ ਜਿਹੜੇ ਨੇ ਉਹ ਸਫਾਈ ਵੱਲ ਧਿਆਨ ਦੇਣ ਲੱਗ ਪੈਂਦੇ ਨੇ ਅਤੇ 2% ਹੀ ਰਹਿ ਜਾਂਦੇ ਨੇ ਜਿਹੜੇ ਸਫਾਈ ਵਾਲੇ ਪਾਸਿਓਂ ਉਹਨਾਂ ਧਿਆਨ ਨਹੀਂ ਦੇ ਪਾਉਂਦੇ। ਬੰਦੇ ਉਹੀ ਹੁੰਦੇ ਨੇ, ਪਰ ਜਦੋਂ ਉਹ ਆਮ ਸਮਾਜ ਦੇ ਵਿੱਚ ਵਿਚਰਦੇ ਨੇ ਤਾਂ ਵਿਚਾਰਧਾਰਾ ਬਦਲ ਜਾਂਦੀ ਹੈ, ਸੋਚ ਬਦਲ ਜਾਂਦੀ ਹੈ। ਇਹੀ ਮਨੋਜ ਜੀ ਹੁਣ ਮੇਰਾ ਅਗਲਾ ਸਵਾਲ ਹੈ ਕਿ ਜਦੋਂ ਸਾਡੇ ਹੀ ਬੰਦੇ ਬਾਹਰ ਕੈਨੇਡਾ ਜਾਂਦੇ ਨੇ ਜਾਂ ਬਾਹਰਲੇ ਮੁਲਕਾਂ 'ਚ ਜਾਂਦੇ ਨੇ, ਫਿਰ ਉਹ ਰੂਲਸ ਐਂਡ ਰੈਗੂਲੇਸ਼ਨਸ ਜਾਂ ਜੋ ਵੀ ਕਾਨੂੰਨ ਬਣੇ ਨੇ ਉਹਨਾਂ ਦਾ ਸਾਰਿਆਂ ਦਾ ਪਾਲਣ ਵੀ ਕਰਦੇ ਨੇ। ਇਹੀ ਹਾਲ ਅਸੀਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਾ ਕੇ ਦੇਖਦੇ ਹਾਂ ਕਿ ਸਾਡੇ ਹੀ ਬੰਦੇ ਚੰਡੀਗੜ੍ਹ 'ਚ ਜਾ ਕੇ ਮੁੜਨ ਤੋਂ ਪਹਿਲੇ ਦੇਖਦੇ ਨੇ ਕਿ ਇਸ ਪਾਸੇ ਨੂੰ ਮੁੜਨਾ ਠੀਕ ਰਹੇਗਾ ਜਾਂ ਨਹੀਂ ਠੀਕ ਰਹੇਗਾ। ਕੀ ਤੁਹਾਡੀ ਪਲੈਨਿੰਗ ਦੇ ਵਿੱਚ ਕੁਝ ਇਹੋ ਜਿਹਾ ਵੀ ਹੈ ਕਿ ਸ਼ਹਿਰੀਆਂ ਦਾ ਬੌਧਿਕ ਪੱਧਰ ਜਿਹੜਾ ਹੈ ਉਹਨੂੰ ਵੀ ਕਿਸੇ ਤਰੀਕੇ ਨਾਲ ਉੱਚਾ ਚੁੱਕਿਆ ਜਾਵੇ? ਮੈਂ ਤੁਹਾਨੂੰ ਇਸੇ ਗੱਲ 'ਤੇ ਆ ਰਿਹਾ ਸੀ ਕਿ ਜਦੋਂ ਅਸੀਂ ਚੰਡੀਗੜ੍ਹ ਜਾਂਦੇ ਹਾਂ, ਇੱਥੋਂ ਜਲੰਧਰ ਲੋਕ ਬੈਲਟ ਪਾ ਕੇ ਨਹੀਂ ਜਾਂਦੇ। ਸੇਫਟੀ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ। ਅਤੇ ਜਦੋਂ ਅਸੀਂ ਖਰੜ ਕੋਲ ਪਹੁੰਚਦੇ ਹਾਂ ਤਾਂ ਕਹਿਣਗੇ ਸੀਟ ਬੈਲਟ ਲਾ ਲਓ, ਚੰਡੀਗੜ੍ਹ ਆ ਗਿਆ। ਉਹ ਡਰ ਦੇ ਨਾਲ ਹੀ ਚੰਡੀਗੜ੍ਹ ਸੀਟ ਬੈਲਟ ਲਾਉਣ ਲੱਗ ਪੈਂਦੇ। ਜਿਹੜਾ ਡਰ ਜਾਂ ਲੋਕਾਂ ਨੂੰ ਲੱਗਦਾ ਕਿ ਅਸੀਂ ਚੰਡੀਗੜ੍ਹ 'ਚ ਹਾਂ, ਉਹ ਇੱਧਰ ਹਜੇ ਚੀਜ਼ਾਂ ਅਡੋਪਟ ਨਹੀਂ ਹੋਈਆਂ। ਲੇਕਿਨ ਮੇਰੇ ਹਿਸਾਬ ਨਾਲ ਹੁਣ 75% ਲੋਕਾਂ ਨੇ ਅਡੋਪਸ਼ਨ ਕਰ ਲਈ ਹੈ, ਕਿਉਂਕਿ ਮੈਂ ਦੇਖ ਰਿਹਾ CCTV ਕੈਮਰੇ ਲੱਗ ਗਏ ਨੇ। ਚੰਡੀਗੜ੍ਹ ਤੁਹਾਨੂੰ ਚਲਾਨ ਦਾ ਡਰ ਨਹੀਂ ਹੈਗਾ, ਜੇ CCTV ਕੈਮਰੇ ਜਾ ਕੇ ਚਲਾਨ ਤੁਹਾਡੇ ਆਟੋਮੈਟਿਕਲੀ ਘਰ ਪਹੁੰਚੇਗਾ। ਇਹ ਹਜੇ ਚੀਜ਼ਾਂ ਪੰਜਾਬ ਦੇ ਸਾਈਡ 'ਤੇ ਹੈ ਨਹੀਂ। ਇਨਫਰਾਸਟਰਕਚਰ ਵੀ ਹੈ ਨਹੀਂ ਅਜੇ। ਪੁਲਿਸ ਦੀ ਨਫਰੀ ਘੱਟ ਹੈ, ਕ੍ਰਾਈਮ ਉਸ ਤਰੀਕੇ ਨਾਲ ਵੱਧਦਾ, ਸਾਰਾ ਦਿਨ ਉਹਨਾਂ ਦਾ ਕ੍ਰਾਈਮ 'ਚ ਲੱਗ ਜਾਂਦਾ। ਲੇਕਿਨ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਅਜੇ ਇੰਨੇ ਵਧੀਆ ਪੰਜਾਬ 'ਚ ਨਹੀਂ ਹੋਏ। ਲੋਕਾਂ 'ਚ ਅਵੇਅਰਨੈਸ ਵੀ ਨਹੀਂ ਹੈਗੀ ਜਿੰਨੀ ਚੰਡੀਗੜ੍ਹ ਸਿਟੀ 'ਚ ਜਾਂ ਦਿੱਲੀ 'ਚ। ਸਮਾਰਟ ਸਿਟੀਆਂ ਤਾਂ ਹਜੇ ਅਸੀਂ 10% ਨਹੀਂ ਪਹੁੰਚ ਪਾਏ। ਲੇਕਿਨ ਨੋ ਇਟ ਵਿਲ ਟੇਕ ਟਾਈਮ ਲੱਗੇਗਾ। ਹਜੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਮੇਰੀ ਆਪਣੀ ਟੈਨੋਰ 'ਚ ਕੰਮ ਹੋ ਸਕੇ ਤਾਂ ਮੈਂ ਕਰੂੰਗਾ। ਕਿਉਂਕਿ ਅੱਜ ਮੈਂ ਦੇਖ ਰਿਹਾ ਸੀ ਸੜਕ 'ਤੇ ਇੱਕ ਖੰਭਾ ਗਿਰਿਆ, ਕਿਸੇ ਨੇ ਉਹਨੂੰ ਕੋਸ਼ਿਸ਼ ਨਹੀਂ ਕੀਤੀ ਚੁੱਕਣ ਦੀ। ਮੇਰੀ ਵਾਈਫ ਮਾਲਟੋਨ ਤੋਂ ਚੌਥੀ ਵਾਰ ਕੌਂਸਲਰ ਹੈ, ਉਹ ਰਾਤ ਨੂੰ 1:30 ਵਜੇ ਖੰਭਾ ਚੁਕਾਉਣ ਵਾਸਤੇ ਜਾ ਰਹੀ ਸੀ। ਕਿ ਇਹੀ ਚੀਜ਼ਾਂ ਬਾਕੀ ਲੋਕ ਵੀ ਅਡੋਪਟ ਕਰਨ, ਸ਼ਾਇਦ ਸਾਡਾ ਸ਼ਹਿਰ ਵੀ
ਸਮਾਰਟ ਆਪੇ ਬਣ ਜਾਵੇ। ਪਰ ਜਿਹੜੀਆਂ ਚੀਜ਼ਾਂ ਹੋ ਨਹੀਂ ਪਾਉਂਦੀਆਂ ਪਈਆਂ। ਲੇਕਿਨ ਹੁੰਦਾ ਕੀ ਹੈ ਕਿ ਮੈਂ ਹੁਣ ਐਸ ਚੇਅਰਮੈਨ ਪਲੈਨਿੰਗ ਬੋਰਡ ਆ, ਦਫ਼ਤਰ ਮੇਰਾ ਟਾਈਮ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ। ਲੇਕਿਨ ਲੋਕਾਂ ਦੇ ਵਿੱਚ ਮੈਂ ਵਿਚਰਦਾ ਵੀ, ਬਹੁਤ ਕੰਮ ਵੀ ਹੁੰਦਾ, ਪਰ ਲੋਕਾਂ ਦਾ ਪਰਸਨਲ ਕੰਮਾਂ 'ਚ ਵਿਊਜ਼ ਜ਼ਿਆਦਾ ਨੇ, ਕੋਈ ਡਿਵੈਲਪਮੈਂਟ ਵਾਲੇ ਪਾਸੇ ਧਿਆਨ ਨਹੀਂ। ਲੇਕਿਨ ਮੇਰੀ ਕੋਸ਼ਿਸ਼ ਹੁੰਦੀ, ਮੈਂ ਇੱਕ ਸਤਿਕਾਰਯੋਗ ਮੁੱਖ ਮੰਤਰੀ ਜੀ ਨੂੰ ਵੀ ਮਿਲਿਆ ਕਿ ਕੁਛ ਥੋੜ੍ਹਾ ਜਿਹਾ ਇਹਦੇ ਵਾਸਤੇ ਚੇਂਜ ਕਰੋ। ਹੁਣ ਹਰ ਚੀਜ਼ ਆਪਾਂ ਪ੍ਰਾਈਵੇਟਾਈਜ਼ ਨੂੰ ਦੇ ਰਹੇ ਹਾਂ। ਮਾਡਲ ਟਾਊਨ 'ਚ ਇੱਕ ਪਾਰਕ ਹੈ, ਸ਼ਿਵਾਨੀ ਪਾਰਕ, ਅੱਜ ਦੀ ਡੇਟ 'ਚ ਸਭ ਤੋਂ ਖੂਬਸੂਰਤ ਪਾਰਕ ਹੈ। ਜਲੰਧਰ ਦੇ HR ਇੰਟਰਨੈਸ਼ਨਲ ਦੇ ਉਹ ਪਾਰਕ ਬਣਾਇਆ, ਉਹਨਾਂ ਦੀ ਆਪਣੀ ਸਿਕਿਉਰਿਟੀ, ਆਪਣੀ ਲਾਈਟਿੰਗ ਹੈ, ਅੱਜ ਲੋਕ ਵੇਖਣ ਜਾਂਦੇ ਨੇ। ਜੇ ਅਸੀਂ ਪ੍ਰਾਈਵੇਟ ਨੂੰ ਇਹ ਪਾਰਕ ਦਿੱਤਾ ਹੈ ਤਾਂ ਉਹ ਕਰ ਸਕਦੇ ਨੇ, ਉਹਨੂੰ ਠੀਕ ਕਰ ਸਕਦੇ, ਆਪਾਂ ਕਿਉਂ ਨਹੀਂ ਕਰ ਸਕਦੇ? ਲੇਕਿਨ ਕਾਰਨ ਹੈ ਕਿ ਲੋਕ ਇਸ ਪਾਸੇ ਤੁਰਦੇ ਨਹੀਂ। ਇੱਦਾਂ ਇੱਕ ਮੈਂ ਪਾਰਕ ਮਾਡਲ ਟਾਊਨ ਗੁਰਦੁਆਰੇ ਦੇ ਪਿੱਛੇ ਬਣਾਇਆ, ਮਿਊਜ਼ਿਕ ਸਿਸਟਮ, ਇੱਕ ਉੱਥੇ ਜੂਸ ਵਿਕਦਾ, ਲਾਈਟਿੰਗ ਸਿਸਟਮ, ਹਰ ਚੀਜ਼, ਕੱਚਾ ਟਰੈਕ, ਪੱਕਾ ਟਰੈਕ, ਓਪਨ ਜਿਮ ਲਾਇਆ। ਲੇਕਿਨ ਸ਼ਾਇਦ ਹੀ ਜਲੰਧਰ 'ਚ ਉਹੋ ਜਿਹਾ ਪਾਰਕ ਨਾ ਹੋਵੇ। ਤੁਸੀਂ ਵੀ ਕਿਸੇ ਦਿਨ ਦੇਖ ਸਕਦੇ ਹੋ ਉਸ ਪਾਰਕ ਨੂੰ। ਮੇਰੀ ਮਤਲਬ ਕੋਸ਼ਿਸ਼ ਰਹੀ, ਪੋਜ਼ੀਟਿਵ ਨੇਚਰ ਰਹੀ ਕਿ ਇੱਥੇ ਹਰ ਚੀਜ਼ ਹੋਣੀ ਚਾਹੀਦੀ ਹੈ। ਪਰ ਕਈ ਵਾਰੀ ਸਰਕਾਰਾਂ ਕੋਲ ਪੈਸੇ ਦੀ ਘਾਟ ਹੋ ਜਾਂਦੀ ਹੈ, ਕਈ ਵਾਰੀ ਪਿਛਲੀਆਂ ਸਰਕਾਰਾਂ 'ਚ ਪੋਲੀਟੀਕਲ ਮਜਬੂਰੀਆਂ ਰਹੀਆਂ, ਇਹ ਕਿੱਦਾਂ ਹੋ ਜਾਵੇ, ਉਹ ਕਿੱਦਾਂ ਹੋ ਜਾਵੇ। ਲੇਕਿਨ ਮੈਂ ਸਰਕਾਰਾਂ ਨਾਲ ਲੜ ਕੇ ਵੀ ਇਹ ਕੰਮ ਕੀਤਾ। ਅੱਜ ਲੋਕਾਂ 'ਚ ਉਸ ਟਾਈਮ 'ਤੇ ਬੜਾ ਮੈਨੂੰ ਕਹਿੰਦੇ ਸੀ ਜੀ ਇੱਥੇ ਤਾਂ ਅਸੀਂ ਇਹ ਕਰਦੇ ਸੀ, ਅਸੀਂ ਇਹ ਕਰਦੇ ਸੀ। ਲੇਕਿਨ ਉਸ ਟਾਈਮ ਜ਼ਰੂਰ ਮੇਰੀ ਵਿਰੋਧਤਾ ਹੋਈ। ਲੇਕਿਨ ਅੱਜ ਮੇਰੇ ਲੋਕ ਧੰਨਵਾਦੀ ਵੀ ਨੇ। ਤੁਸੀਂ ਆਪ ਵੀ ਪਾਰਕ 'ਚ ਜਾ ਕੇ ਦੇਖ ਸਕਦੇ ਹੋ ਕਿ ਜੋ ਕੰਮ ਮੈਂ ਕਰ ਗਿਆ ਉਹ ਪਾਰਕ 'ਚ ਸ਼ਾਇਦ ਸਾਰੀ ਉਮਰ ਨਾ ਹੋ ਸਕੇ, ਲੇਕਿਨ ਮੈਨੂੰ ਵੀ ਮੈਂਟਲੀ ਸੈਟੀਸਫੈਕਸ਼ਨ ਹੈ ਕਿ ਮੈਂ ਕੁਝ ਕੀਤਾ। ਇੱਦਾਂ ਹੀ ਹੋਰ ਏਰੀਆ 'ਚ ਕਈ ਪਾਰਕ ਨੇ, ਸਭ ਤੋਂ ਵੱਧ ਪਾਰਕ ਵਧੀਆ ਸ਼ਕਤੀ ਨਗਰ 'ਚ ਨੇ, ਸ਼ਹਿਰ ਦੇ ਮੇਅਰ ਨੇ, ਉਹਨਾਂ ਨੇ ਬੜੇ ਵਧੀਆ ਪਾਰਕ ਬਣਾਏ। ਮੈਂ ਉਹਨਾਂ ਤੋਂ ਦੇਖਦਾ ਹੁੰਦਾ ਸੀ, ਸਿੱਖਿਆ ਲੈਂਦਾ ਸੀ ਕਿ ਇੱਥੇ ਬਣ ਸਕਦੇ ਤੇ ਮੈਂ ਮਾਲਟਨ 'ਚ ਕਿਉਂ ਨਹੀਂ ਬਣਾ ਸਕਦਾ। ਕੁਛ ਨਾ ਕੁਛ ਚੇਂਜ ਜ਼ਰੂਰ ਕਰਨੀ ਚਾਹੀਦੀ। ਪੰਜਾਬੀ ਦਾ ਗੀਤ ਹੈ, ਕਹਿੰਦੇ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ, ਸਦਾ ਪਿਆਰ ਨਾਲ, ਸ਼ੌਕ ਨਾਲ, ਲਾਲਚ ਜਾਂ ਡੰਡੇ ਦੇ ਨਾਲ। ਸਾਮ ਦਾਮ ਦੰਡ ਭੇਦ ਵੀ ਸਾਡੀ ਨੀਤੀ ਹੈ। ਪਿਆਰ, ਸ਼ੌਕ, ਲਾਲਚ ਤੇ ਡਰ ਦੇ ਵਿੱਚੋਂ ਮਨੋਜ ਅਰੋੜਾ ਜੀ ਨੂੰ ਕਿਹੜਾ ਨੁਕਤਾ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਹੈ, ਔਰ ਕਿਹੜੇ ਨੁਕਤੇ ਇਹ ਇਸਤੇਮਾਲ ਕਰਦੇ ਨੇ? ਕਿਉਂਕਿ ਇਹਨਾਂ ਦਾ ਬੜਾ ਵੱਡਾ ਸਟਾਫ ਹੈ, 100-150 ਬੰਦਿਆਂ ਦਾ ਇਹਨਾਂ ਦਾ ਸਟਾਫ ਹੈ ਜਿਹਨੂੰ ਇਹ ਮੈਨੇਜ ਕਰਦੇ ਨੇ। ਉਹਨੂੰ ਇਹਨਾਂ 'ਚੋਂ ਕਿਹੜਾ ਨੁਕਤਾ ਪਸੰਦ ਹੈ? ਆਪਾਂ ਤੁਹਾਡੇ ਤੋਂ ਇਹ ਵੀ ਜਾਣੀਏ ਕਿ ਤੁਸੀਂ ਐਡੇ ਵੱਡੇ ਸਟਾਫ ਨੂੰ ਮੈਨੇਜ ਕਰਦੇ ਹੋ ਕਿੱਦਾਂ? ਮੇਰੀ ਕੋਸ਼ਿਸ਼ ਹੁੰਦੀ, ਕਹਿੰਦੇ ਜੀ ਕਿਸੇ ਨੂੰ ਕੋਈ ਕੰਮ ਕੋ, ਕਹਿੰਦਾ ਜੀ ਇਹ ਕੱਲ੍ਹ ਤੱਕ ਹੋ ਜਾਏਗਾ, ਤਾਂ ਮੈਂ ਕਿਹਾ ਚਲੋ ਕੱਲ੍ਹ ਕਰ ਦਿਓ। ਲੇਕਿਨ ਮੈਂ ਉਹਨਾਂ ਨੂੰ ਕਿਹਾ ਅੱਜ ਦਾ ਕੰਮ ਕੱਲ੍ਹ ਪੇ ਮਤ ਛੋੜੋ। ਕਿਉਂਕਿ ਜਦੋਂ ਮੈਂ ਦੂਸਰੇ ਦਿਨ ਆਪਣੇ ਸਟਾਫ ਨੂੰ ਪੁੱਛਿਆ ਜੀ ਉਹ ਕੰਮ ਹੋ ਗਿਆ, ਉਹ ਕਹਿੰਦੇ ਨਹੀਂ ਅੱਜ ਤੇ ਹੜਤਾਲ ਹੋ ਗਈ, ਕਿਸਾਨਾਂ ਦਾ ਧਰਨਾ ਸੀ, ਅੱਜ ਨਹੀਂ ਹੋਣਾ। ਅਤੇ ਮੈਂ ਦੂਜੇ ਦਿਨ ਫਿਰ ਪੁੱਛਿਆ ਅੱਜ ਕਿਉਂ ਨਹੀਂ ਹੋਇਆ ਜੀ? ਅੱਜ ਬੱਸਾਂ ਦੀ ਹੜਤਾਲ ਹੋ ਗਈ। ਕਾਰਨ ਜੇ ਇਹੀ ਕੰਮ ਅੱਜ ਹੋ ਜਾਂਦਾ 2 ਦਿਨ ਅਸੀਂ ਡਿਲੇ ਨਾ ਕਰਦੇ। ਮੇਰੀ ਕੋਸ਼ਿਸ਼ ਸਟਾਫ ਨੂੰ ਹੋਈ ਹੈ ਕਿ ਤੁਸੀਂ ਜਿਹੜਾ ਕੰਮ ਅੱਜ ਕਿਹਾ ਤੁਹਾਨੂੰ ਅੱਜ ਕਰਕੇ ਦਿਓ, ਕਿਸੇ ਨੂੰ ਤੰਗ ਨਾ ਕਰੋ। ਮੈਂ ਪੈਨਸ਼ਨਾਂ ਦੇ ਮੁੱਦੇ 'ਤੇ ਕੱਲ੍ਹ ਬੋਲ ਰਿਹਾ ਸੀ। ਸਰਕਾਰ ਵੇਲੇ ਅਸੀਂ ਮਿਡ ਡੇ ਮੀਲ ਜਾਂ ਪੈਨਸ਼ਨ ਅਸੀਂ ਫਟਾਫਟ ਪੈਸੇ ਰਿਲੀਜ਼ ਕੀਤੀ। ਪਿਛਲੀ ਸਰਕਾਰਾਂ 'ਚ 1-1 ਸਾਲ ਦਾ ਬੈਕਲੌਗ ਸੀ। ਅੱਜ ਸਾਡੀਆਂ ਪੈਨਸ਼ਨਾਂ ਅਗਸਤ ਤੱਕ ਕਲੀਅਰ ਹੋ ਗਈਆਂ। ਅਸੀਂ ਜਿਹੜੇ ਪੈਸੇ ਆਏ ਨੇ ਅਸੀਂ ਆਪਣੇ ਕੋਲ ਥੋੜ੍ਹਾ ਰੱਖਣੇ, ਲੋਕਾਂ ਨੂੰ ਦੇਣੇ। ਅਤੇ ਲੋਕਾਂ ਦੇ ਪੈਸੇ ਲੋਕਾਂ ਨੂੰ ਜਲਦੀ ਜਿੰਨੀ ਜਾਣਗੇ, ਪੈਸੇ ਜਾਣਗੇ ਤੇ ਉਹਨਾਂ ਜਲਦੀ ਕੰਮ ਹੋਏਗਾ। ਕਿ ਲੋਕ ਪੈਨਸ਼ਨਾਂ ਪਿੱਛੇ ਧੱਕੇ ਕਿਉਂ ਖਾਣ? ਪਿਛਲੀਆਂ ਸਰਕਾਰਾਂ ਲੋਕਾਂ ਨੂੰ ਪੈਨਸ਼ਨਾਂ 1-1 ਸਾਲ ਤੋਂ ਡਿਲੇ ਸੀ। ਸਾਡੀ ਸਰਕਾਰ ਦੇ ਵਿੱਚ ਅਸੀਂ ਅਗਸਤ ਤੱਕ ਪੈਨਸ਼ਨ ਕਲੀਅਰ ਕੀਤੀ। ਮੇਰੀ ਨਾਲ 5 ਮੈਂਬਰੀ ਕਮੇਟੀ ਪਲੈਨਿੰਗ ਬੋਰਡ ਦੇ ਮੈਂਬਰ ਨੇ। ਕੱਲ੍ਹ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਕਿੱਥੇ ਹੋ ਜੀ? ਉਹਨਾਂ ਨੂੰ ਇੱਦਾਂ ਲੱਗਾ ਜਿਵੇਂ ਅਸੀਂ ਕੋਈ ਕੰਮ ਨਹੀਂ ਕਰਦੇ। ਮੈਂ ਕੱਲ੍ਹ ਸੋਚਿਆ ਕਿ ਇਹਨਾਂ ਨੂੰ ਕੰਮ ਲਾਈਏ, ਮਨ 'ਚ ਸੋਚਿਆ ਕਿ ਥੋੜ੍ਹਾ ਜਿਹਾ ਇਹ ਵੀ ਵਰਕਲੋਡ ਤੇ ਇਹਨਾਂ ਦੇ ਵੀ ਡਿਵੈਲਪ ਕਰ ਆਈਏ ਇਹਨਾਂ ਕੋਲ। ਮੈਂ ਸਾਰਿਆਂ ਨੂੰ ਮਿਡ ਡੇ ਮੀਲ ਵਾਸਤੇ 10-10 ਪਿੰਡ ਦਿੱਤੇ ਕਿ ਤੁਸੀਂ ਮਿਡ ਡੇ ਮੀਲ ਚੈੱਕ ਕਰੋ। ਮੈਨੂੰ ਯਾਦ ਹੈ ਮੈਂ ਜਦੋਂ ਮੈਂਬਰ ਸੀ ਪਲੈਨਿੰਗ ਬੋਰਡ 'ਚ, ਮੈਂ ਮਿਡ ਡੇ ਮੀਲ ਚੈੱਕ ਕਰਨ ਗਿਆ ਅਤੇ ਉਹ ਛੋਲੇ ਵੀ ਖਰਾਬ, ਰਾਜਮਾ ਵੀ ਖਰਾਬ, ਦਾਲ ਵੀ ਖਰਾਬ, ਕਣਕ ਦਾ ਆਟਾ ਵੀ ਖਰਾਬ। ਅਤੇ ਮੈਂ ਕਿਹਾ ਬੱਚੇ ਸਾਡੇ ਇਹ ਸਿੱਖਣਗੇ, ਇਹ ਖਾਣਗੇ, ਕੀ ਕਰਾਂਗੇ? ਕੱਲ੍ਹ ਮੈਂ ਇਹਨਾਂ ਨੂੰ ਜਦੋਂ ਰਿਲੀਜ਼ ਕੀਤਾ 22-23 ਕਰੋੜ ਰੁਪਇਆ ਸਾਰੇ ਪਿੰਡਾਂ ਦੇ ਮਿਡ ਡੇ ਮੀਲ ਸਕੂਲਾਂ ਨੂੰ, ਅਤੇ ਮੈਂ ਇਹਨਾਂ ਨੂੰ ਕਹਿੰਦੇ ਉੱਥੇ ਚੈੱਕ ਰੱਖੋ। ਅਤੇ ਸਾਰੇ ਆਪਣੇ ਸਰਪੰਚਾਂ ਨੂੰ ਕਿਹਾ ਗਿਆ ਕਿ ਤੁਸੀਂ ਹਰ ਸਕੂਲ 'ਚ ਜਾਣਾ, ਬੱਚਿਆਂ 'ਚ ਬਹਿ ਕੇ ਖਾਣਾ ਖਾਓ, ਟੇਸਟ ਕਰੋ, 50-50 ਗ੍ਰਾਮ 100 ਗ੍ਰਾਮ ਦੀ ਇੱਕ ਪੁੜੀ ਬਣਾ ਕੇ ਲੈ ਕੇ ਆਓ ਕਿ ਇਹ ਚੈੱਕ ਕਰੋ ਕਿ ਖਾਣਾ ਠੀਕ ਬਣਦਾ, ਕਿ ਜੋ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ, ਬੱਚਿਆਂ ਨੂੰ ਸਿਹਤ ਦੇ ਰਹੇ ਹਾਂ, ਕਿ ਬੱਚੇ ਠੀਕ ਤੰਦਰੁਸਤ ਬਣਨਗੇ। ਕੋਸ਼ਿਸ਼ ਹੁੰਦੀ ਜਿੰਨਾ ਸੁਧਾਰ ਕਰਦੇ। ਲੇਕਿਨ ਕੱਲ੍ਹ ਰੱਬ ਦੀ ਕਿਰਪਾ ਰਹੀ ਹੈ, ਕਿਸੇ ਵੀ ਪਿੰਡ ਦੇ ਵਿੱਚ ਜਾਂ ਕਿਸੇ ਸਕੂਲ 'ਚ ਇਹ ਪ੍ਰੋਬਲਮ ਨਹੀਂ ਆਈ ਕਿ ਮਿਡ ਡੇ ਮੀਲ ਠੀਕ ਤਰ੍ਹਾਂ ਯੂਟੀਲਾਈਜ਼ ਨਹੀਂ ਹੋ ਰਿਹਾ। ਲੇਕਿਨ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਮੈਂ ਕੁਝ ਕੀਤਾ, ਕੁਝ ਕਰਕੇ ਦਿਖਾਇਆ, ਮੈਨੂੰ ਖੁਸ਼ੀ ਨਾਲ ਇਹ ਕੰਮ ਠੀਕ ਹੋ ਗਿਆ। ਸੋ ਤੁਸੀਂ ਇਹ ਸੋਚ ਸਕਦੇ ਹੋ ਕਿ ਪਲੈਨਿੰਗ ਕਮੇਟੀ ਦੇ ਚੇਅਰਮੈਨ ਦੇ ਰੂਮ ਤੱਕ
ਜ਼ਮੀਨੀ ਹਕੀਕਤ ਦੇ ਵਿੱਚ ਇਹ ਪਹੁੰਚਦਾ ਹੈ ਕਿ ਸਭ ਕੁਝ ਠੀਕ ਚੱਲ ਰਿਹਾ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਸਭ ਕੁਝ ਸਭ ਜਗ੍ਹਾ ਦੇ ਉੱਤੇ ਠੀਕ ਨਹੀਂ ਹੁੰਦਾ। ਬਹਰਹਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇੱਕ ਬਹੁਤ ਵੱਡੇ ਤਰਾਸਦੀ ਨੂੰ ਹੰਡਾਇਆ ਹੈ ਇਸ ਵੇਲੇ ਅਸੀਂ ਸਾਰਿਆਂ ਨੇ, ਜਿਹਨੂੰ ਅਸੀਂ ਕਰੋਨਾ ਕਾਲ ਕਹਿੰਦੇ ਹਾਂ। ਕਰੋਨਾ ਕਾਲ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਕੀ ਪਲੈਨਿੰਗ ਕੀਤੀ ਗਈ ਔਰ ਕੀ ਉਹਦੇ ਰਿਜ਼ਲਟ ਹੁਣ ਤੱਕ ਰਹੇ ਨੇ, ਆਓ ਗੱਲ ਕਰਦੇ ਹਾਂ। ਕਰੋਨਾ ਕਾਲ ਦੇ ਵਿੱਚ ਸਭ ਤੋਂ ਪਹਿਲੇ ਮੈਂ ਇੱਕ ਚੀਜ਼ ਦੇਖੀ, ਲੋਕਾਂ ਨੂੰ ਡਰ ਬਹੁਤ ਰਿਹਾ। ਜਿਹੜਾ ਡਰ ਖਤਮ ਦੀ ਖਾਤਰ ਮੈਨੂੰ ਅੱਜ ਵੀ ਯਾਦ ਹੈ ਕਿ ਕੋਵਿਡ ਦੇ ਵਾਸਤੇ ਬਹੁਤ ਲੋਕਾਂ ਨੂੰ ਡਿਸਟਰਬ ਹੋਣਾ ਪਿਆ, ਬਿਜ਼ਨਸ ਡਿਸਟਰਬ ਹੋ ਗਿਆ, ਮੈਰਿਜ ਪੈਲੇਸ ਬੰਦ ਹੋ ਗਏ, ਅਸੀਂ ਬਹੁਤ ਨੁਕਸਾਨ ਉਠਾਇਆ, ਟ੍ਰੇਨਾਂ ਬੰਦ, ਬੱਸ ਅੱਡੇ ਬੰਦ। ਮੈਨੂੰ ਅੱਜ ਤੱਕ ਯਾਦ ਹੈ ਕਿ ਲੋਕ ਤਾਂ ਇਹ ਕਹਿ, ਮੈਂ ਪਿਛਲੇ 1.5 ਸਾਲ ਤੋਂ ਕਿਸੇ ਵਿਆਹ 'ਤੇ ਨਹੀਂ ਜਾ ਪਾਇਆ। ਤੁਸੀਂ ਲੋਕਾਂ ਤੋਂ ਦੂਰ ਹੋ ਗਏ, ਲੇਕਿਨ ਮੇਰੀ ਕੋਸ਼ਿਸ਼ ਇਹ ਰਹੀ ਸੀ ਕਿ ਮੈਂ ਆਪਣੇ ਆਫਿਸ ਬਹਿ ਕੇ ਲੋਕਾਂ ਨੂੰ ਮਿਲਾਂ, ਕਿ ਲੋਕਾਂ ਦੀ ਪ੍ਰੋਬਲਮ ਸੁਣਾ। ਮੈਂ ਰੋਜ਼ 100-150 ਬੰਦੇ ਨੂੰ ਮਿਲਦਾ ਸੀ, ਸਾਰਿਆਂ ਦੀ ਗੱਲ ਸੁਣਦਾ ਸੀ। ਲੇਕਿਨ ਜਿੱਥੇ ਕੋਵਿਡ ਦੀ ਪ੍ਰੋਬਲਮ ਆਉਂਦੀ, ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਬਹੁਤ ਵਧੀਆ ਕੰਮ ਕੀਤਾ ਕਿ ਕੋਵਿਡ ਰੋਜ਼ 600 ਪੇਸ਼ੈਂਟ ਰੋਜ਼ ਆਉਂਦਾ ਸੀ, ਅੱਜ ਰੋਜ਼ 1-2 ਪੇਸ਼ੈਂਟ ਰਹਿ ਗਏ ਨੇ। ਲੇਕਿਨ ਸਰਕਾਰਾਂ ਨੇ ਕੰਮ ਕੀਤੇ, ਸਰਕਾਰਾਂ ਨੇ ਮੈਡੀਸਨ ਭੇਜੀ, ਆਕਸੀਜਨ ਕੀਤੇ, ਕਿ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਨੇ ਬੜਾ ਸਾਥ ਦਿੱਤਾ। ਕਿਉਂਕਿ ਮੈਂ ਉਸ ਦਿਨ ਦੇਖਿਆ ਕਿ ਜਲੰਧਰ 'ਚ ਰਾਧਾ ਸਵਾਮੀ ਸਤਸੰਗ ਘਰ 35 ਨੇ, ਉੱਥੇ ਕੋਵਿਡ ਦਾ ਇੰਜੈਕਸ਼ਨ ਲੱਗਾ, ਹਰ ਦੀ ਟੈਸਟਿੰਗ ਹੋਈ, ਲੋਕਾਂ ਨੂੰ ਲੰਗਰ ਵੀ ਖਵਾਇਆ ਗਿਆ, ਇੱਕ ਕਿਸਮ ਦਾ ਹਾਈਜੈਨਿਕ ਫੂਡ ਸੀ ਸਾਰਿਆਂ ਕੋਲ। ਲੇਕਿਨ ਅਸੀਂ ਉਹਨਾਂ ਨੂੰ ਅਪਰੋਚ ਕੀਤਾ, ਉਹਨਾਂ ਨੇ ਸਾਨੂੰ ਲੋਕਾਂ ਨੂੰ ਕੀਤਾ ਕਿ ਅਸੀਂ ਕੁਝ ਕਰਨ ਨੂੰ ਤਿਆਰ ਹਾਂ। ਲੇਕਿਨ ਇੱਦਾਂ ਜੇ ਸੰਸਥਾਵਾਂ ਅੱਗੇ ਆ ਜਾਂਦੀਆਂ ਨੇ, ਜਦੋਂ ਤੁਹਾਡਾ ਸਾਥ ਦਿੰਦੀਆਂ ਤਾਂ ਬੜੀ ਖੁਸ਼ੀ ਹੁੰਦੀ, ਸਰਕਾਰ ਵੀ ਕੰਮ ਕਰਨ ਨੂੰ ਤਿਆਰ ਹੁੰਦੀ, ਲੋਕ ਵੀ ਕੰਮ ਕਰਨ ਨੂੰ ਤਿਆਰ ਹੈ। ਮੈਨੂੰ ਅੱਜ ਵੀ ਯਾਦ ਹੈ, ਮੈਂ ਮਾਡਲ ਟਾਊਨ ਦੇ ਵਿੱਚ ਕਿਸੇ ਕੋਵਿਡ 'ਚ ਕਿਸੇ ਪਰਵਾਹ ਨਹੀਂ ਕੀਤੀ, ਲੋਕਾਂ ਦੇ ਘਰਾਂ 'ਚ ਆਪ ਗਿਆ ਕਿ ਤੁਸੀਂ ਦੱਸੋ, ਕਿ ਹਰ ਪਿੰਡ 'ਚ ਘੁੰਮਣ ਦੀ ਮੈਂ 70 ਕੇ 80 ਪਿੰਡ ਆਪ ਦੇਖੇ, ਕੋਸ਼ਿਸ਼ ਕੀਤੀ ਲੋਕਾਂ ਦੇ ਵਿੱਚ ਜਾ ਕੇ ਦੇਖਿਆ। ਸਰਪੰਚ ਨੂੰ ਮਿਲਿਆ, ਦੱਸੋ ਤੁਹਾਨੂੰ ਪ੍ਰੋਬਲਮ ਕੀ ਹੈ। ਜੇ ਸਰਕਾਰ ਫੰਡ ਮੁਹੱਈਆ ਕਰਦੀ, ਇਹਨੂੰ ਯੂਟੀਲਾਈਜ਼ ਤੇ ਠੀਕ ਕੀਤਾ ਜਾਵੇ। ਲੇਕਿਨ ਉਹ ਕਿਰਾਇਆ, ਦਫ਼ਤਰਾਂ ਦੀ ਹਾਜ਼ਰੀ ਘੱਟਤੀ, ਅਸੀਂ 50% ਨੂੰ ਮੈਂ 80% 'ਤੇ ਲੈ ਕੇ, ਕੋਈ ਬੈਠੋ ਮਾਸਕ ਲਓ, ਲੋਕਾਂ ਨੂੰ ਪ੍ਰੇਰਿਆ, ਕਿਸੇ ਤੇ ਕੋਈ ਅਵੇਅਰਨੈਸ 'ਤੇ ਆਵੇ। ਲੇਕਿਨ ਅੱਜ ਲੋਕ ਅਵੇਅਰ ਨੇ। ਬੱਸਾਂ ਦੀਆਂ, ਬੱਸ ਅੱਡੇ 'ਤੇ ਲੋਕ ਜਾਂਦੇ ਕਿ ਵਾਰੀ ਨਹੀਂ ਸੀ ਆਉਂਦੀ, ਲੇਕਿਨ ਬੱਸਾਂ ਸਭ ਤੋਂ ਜ਼ਿਆਦਾ ਪ੍ਰੋਵਾਈਡ ਕਰਾਈਆਂ। ਟ੍ਰੇਨਾਂ ਬੰਦ ਹੋਈਆਂ, ਲੋਕਾਂ ਨੂੰ ਪ੍ਰਾਈਵੇਟ ਬੱਸਾਂ ਉੱਥੇ ਲਾਈਆਂ ਲੋਕਾਂ ਵਾਸਤੇ। ਕਿਸੇ ਤਰੀਕੇ ਆਪਣੇ ਘਰ ਦਾ ਆਲਾ ਦੁਆਲਾ ਸਾਫ਼ ਰੱਖੋ, ਇਹ ਕੀਤਾ ਇਹਨਾਂ ਨੂੰ ਲੋਕਾਂ ਨੇ। ਪਰ ਇਸ ਚੀਜ਼ ਨੂੰ ਸਮਝ ਆਏ, ਲੋਕ ਸਮਝਦਾਰ ਹੋ ਗਏ ਨੇ। ਅੱਜ ਇਸੇ ਕਰਕੇ ਪੇਸ਼ੈਂਟ 5-6 ਰਹਿ ਗਏ ਨੇ, ਜਿਹੜੇ 600 ਰੋਜ਼ ਸੀ। ਲੇਕਿਨ ਅਸੀਂ ਕੁਝ ਤੇ ਅਚੀਵਮੈਂਟ ਕੀਤੀ, ਮੈਂਟਲੀ ਸੈਟੀਸਫਾਈਡ ਹਾਂ ਮੈਂ ਇਸ ਗੱਲ 'ਤੇ ਕਿ ਲੋਕ ਅੱਗੇ ਨਾਲੋਂ ਅਵੇਅਰ ਹੋਏ ਨੇ। ਕਿਉਂਕਿ ਇਹ ਚੀਜ਼ਾਂ ਤੁਸੀਂ ਯੂਪੀ ਬਿਹਾਰ 'ਚ ਨਹੀਂ ਹੈਗੀਆਂ। ਪੰਜਾਬ ਦੇ ਲੋਕ ਇਸ ਮਾਮਲੇ ਬਹੁਤ ਸਮਝਦਾਰ ਨੇ, ਨਹੀਂ ਅਸੀਂ ਕਰਨਾ। ਪੰਜਾਬੀ ਵੈਸੇ ਵੀ ਦਿਲਦਾਰ ਨੇ, ਪਰਵਾਹ ਨਹੀਂ ਕੀਤੀ ਇਸ ਗੱਲ ਦੀ ਲੋਕੀ। ਕਿਉਂਕਿ ਜਦੋਂ ਦੇਸ਼ ਦੀ ਲੜਾਈ ਹੁੰਦੀ ਸੀ ਉਦੋਂ ਨਹੀਂ ਡਰੇ, ਇਹਨਾਂ ਨੇ ਹੁਣ ਕੀ ਡਰਨਾ ਸੀ। ਕਿਉਂਕਿ ਚਾਹੇ ਉਹ ਕਿਸਾਨਾਂ ਦਾ ਧਰਨਾ ਸੀ, ਕਿਸਾਨਾਂ ਦੇ ਮਸਲਿਆਂ ਨੂੰ ਵੀ ਦੇਖਦੇ ਨੇ, ਲੇਕਿਨ ਉਹਨਾਂ ਨੇ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਮੈਂ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਨਾ, ਕੋਵਿਡ ਤੋਂ ਅਸੀਂ ਕਾਫੀ ਅੱਗੇ ਨਿਕਲੇ ਹਾਂ। ਸਵਾਲ ਮੇਰਾ ਕੁਝ ਇੱਦਾਂ ਦਾ ਸੀਗਾ ਕਿ ਕੋਈ ਸਕੀਮ ਤੁਹਾਡੀ ਨਜ਼ਰ 'ਚ ਆਈ ਹੋਵੇ ਜਿਹੜੀ ਖਾਸ ਤੌਰ 'ਤੇ ਤੁਹਾਡੀ ਕੋਸ਼ਿਸ਼ ਦੇ ਨਾਲ ਸਰਕਾਰ ਵੱਲੋਂ ਚਲਾਈ ਗਈ ਹੋਵੇ। ਬਹੁਤ ਸਾਰੇ ਬੰਦਿਆਂ ਦੇ ਰੋਜ਼ਗਾਰ ਗਏ ਨੇ, ਬਹੁਤ ਸਾਰੇ ਬੰਦੇ ਜਿਹੜੇ ਨੇ ਉਹ 2 ਰੋਟੀ ਜਿਹੜੀ 2 ਜੂਨ ਦੀ ਮਿਲਦੀ ਸੀ ਉਹਦੇ ਤੋਂ ਵੀ ਆਵਾਜ਼ਾਰ ਹੋ ਗਏ। ਇਸ ਸੰਦਰਭ ਦੇ ਵਿੱਚ ਜਦੋਂ ਤੁਹਾਡੇ ਜਵਾਬ ਆ ਰਹੇ ਨੇ ਤਾਂ ਬਾਰ-ਬਾਰ ਅਸੀਂ ਜ਼ਿਕਰ ਕਰਦੇ ਹਾਂ ਮਾਡਲ ਟਾਊਨ ਦਾ, ਸ਼ਕਤੀ ਨਗਰ ਦਾ, ਪਰ ਕਿਸ਼ਨਪੁਰੇ ਦਾ ਜ਼ਿਕਰ ਨਹੀਂ ਹੁੰਦਾ। ਹੋਰ ਵੀ ਬਹੁਤ ਸਾਰੇ ਇਲਾਕੇ ਨੇ, ਨਾ ਸਿਰਫ ਜਲੰਧਰ ਦੇ ਵਿੱਚ ਬਲਕਿ ਪੂਰੇ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਵਿੱਚ ਸ਼ਾਇਦ ਮੂਲਭੂਤ ਸੁਵਿਧਾਵਾਂ ਜਿਹੜੀਆਂ ਨੇ ਉਹ ਵੀ ਅਜੇ ਤੱਕ ਦਰਕਾਰ ਨੇ। ਇਹੋ ਜਿਹੇ ਇਲਾਕਿਆਂ ਦੇ ਲਈ ਤੁਹਾਡੀ ਕੋਈ ਪਲੈਨਿੰਗ ਹੁੰਦੀ ਹੈ, ਜਾਂ ਕਦੇ ਪਲੈਨਿੰਗ ਦੇ ਵਿੱਚ ਕਦੇ ਲਾਸਟ ਦੇ ਵਿੱਚ ਵੀ ਨੰਬਰ ਆਉਂਦਾ ਹੈ ਉਹਨਾਂ ਦਾ ਕਿਤੇ? ਸਰਕਾਰ 40 ਈਅਰ ਤੋਂ 45 ਈਅਰ ਜਿਹੜੀਆਂ ਔਰਤਾਂ ਅਨਮੈਰਿਡ ਨੇ, ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ, ਉਹਨਾਂ ਨੂੰ ਅਸੀਂ ਲੋਨ ਪ੍ਰੋਵਾਈਡ ਕਰ ਲਏ ਵਿਦਆਊਟ ਇੰਟਰਸਟ। ਉਹਦੇ 'ਚ ਕਾਫੀ ਕੇਸਿਸ ਆਏ ਕਿ ਜਿਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ, ਵਿਡੋ ਪੈਨਸ਼ਨ ਵਧਾਈ, ਵਿਡੋ ਦੇ ਕੇਸਿਸ ਬਹੁਤ ਆਏ। ਲੇਕਿਨ ਜਿਹੜਾ ਕੰਮ ਇਹਨਾਂ ਨੇ ਕਾਫੀ ਟਾਈਮ ਲੱਗਦਾ ਸੀ, ਸਰਲ ਕੀਤਾ। ਕਿਉਂਕਿ ਕੱਲ੍ਹ ਮੈਂ ਆંકੜੇ ਦੇਖ ਰਿਹਾ ਸੀ ਸਰਕਾਰ ਦੇ, ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਅਫਸਰ ਦੇ, ਬੜਾ ਮੈਂ ਸੈਟੀਸਫਾਈਡ ਸੀ ਕਿ ਲੋਕਾਂ ਨੂੰ ਪੈਨਸ਼ਨ ਮਿਲੀ। ਹੁਣ ਅਸੀਂ ਇੱਕ ਨਵੀਂ ਸਕੀਮ ਦਿੱਤੀ ਹੈ, ਗੌਰਮੈਂਟ ਆਫ ਇੰਡੀਆ ਦੀ ਹੈ, ਪੰਜਾਬ ਦਾ ਉਹਦੇ 'ਚ ਸ਼ੇਅਰ ਹੈ 40% ਅਤੇ 60 ਸੈਂਟਰਲ ਗੌਰਮੈਂਟ ਦਾ। ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਰਹੇ, ਜਿਹੜੇ ਅਨਇੰਪਲੋਇਮੈਂਟ ਯੂਥ ਨੇ, ਇਹਨਾਂ ਨੂੰ ਅਸੀਂ 50,000 ਰੁਪਇਆ ਦੇ ਰਹੇ ਹਾਂ, 1 ਲੱਖ ਰੁਪਇਆ ਦੇ ਰਹੇ ਹਾਂ ਕਿ ਇਹਨਾਂ ਨੂੰ ਕੰਮ ਕਰਨ ਵਾਸਤੇ ਦਿਓ। ਕੋਈ ਇਹਨਾਂ ਦੇ ਵਾਸਤੇ
ਜ਼ਮਾਨਤ ਕੋਈ ਦੀ ਲੋੜ ਇਹਦਾ ਰਿਕਾਰਡ ਵੀ ਹੈ ਜਿਹੜਾ ਪਬਲਿਕਲੀ ਜਾਂ ਸਾਰਵਜਨਿਕ ਕੀਤਾ ਜਾਂਦਾ ਹੈ ਕਿ ਹਾਂ ਇਹਨਾਂ ਲੋਕਾਂ ਨੂੰ ਮਿਲੇ ਨੇ, ਤਾਂ ਕਿ ਅਸੀਂ ਵੀ ਉਹਦੀ ਨਿਸ਼ਾਨਦੇਹੀ ਕਰਕੇ ਤੁਹਾਡੀ ਗੱਲ ਨੂੰ ਬਾਕਾਇਦਾ ਲੋਕਾਂ ਤੱਕ ਪਹੁੰਚਾ ਇਹ ਸਕੀਏ? ਗੱਲ ਕਾਰਪੋਰੇਸ਼ਨ ਦੇ ਵਿੱਚ 13 ਨੰਬਰ ਕਮਰਾ ਮੈਡਮ ਨਿਰਮਲਜੀਤ ਕੌਰ ਨੇ, ਸੁਪਰਡੈਂਟ ਨੇ ਡਾਕਟਰ ਨਿਰਮਲਜੀਤ ਕੌਰ ਨੇ, ਤੁਸੀਂ ਉਹਨਾਂ ਕੋਲ ਰਿਕਾਰਡ ਲੈ ਸਕਦੇ ਹੋ। ਫਿਰ ਮੇਰੇ ਤੁਸੀਂ ਵੀਡੀਓ ਈਸਟ ਨੇ ਮਿਸਟਰ ਮਹੇਸ਼ ਚੰਦਰ, ਇਹ ਰਿਕਾਰਡ ਤੁਸੀਂ ਉਹਨਾਂ ਕੋਲ ਵੀ ਲੈ ਸਕਦੇ ਹੋ। ਵੀਡੀਓਜ਼ ਕੋ ਸਾਰਿਆਂ ਨੂੰ ਪ੍ਰੋਵਾਈਡਡ ਇਹ ਚੀਜ਼ਾਂ, ਕਿਉਂਕਿ ਥੋੜ੍ਹੇ ਦਿਨ ਪਹਿਲੇ ਮੈਂ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਕਰ ਰਿਹਾ ਸੀ, ਉਹਦੇ 'ਚ ਇਹ ਚੀਜ਼ਾਂ ਆਈਆਂ ਨੇ। ਉਹਦੇ 'ਚ ਅਸੀਂ ਪਤਾ ਕੀਤਾ ਕਿ ਸੈਂਟਰਲ ਗਵਰਨਮੈਂਟ ਦਾ ਸ਼ੇਅਰ 60% ਹੈ, ਸਾਡਾ 40, ਸਰਕਾਰ ਨੇ ਆਪਣਾ 40% ਦਿੱਤਾ। ਤਾਂ ਅਸੀਂ ਉਹ ਚੀਜ਼ਾਂ ਲੋਕਾਂ ਨੂੰ ਕੀਤੀਆਂ। ਤੁਸੀਂ ਅਨਪਲਾਈਮੈਂਟ ਜਿਹੜੀ ਕੀਤੀ ਥੋੜ੍ਹੀ, ਉਹਨੂੰ ਵੀ ਚੇਂਜ ਕੀਤਾ। ਲੇਬਰ ਕਮਿਸ਼ਨਰ ਜਲੰਧਰ ਬੈਸਡੇ ਨੇ, ਅਸਿਸਟੈਂਟ ਲੇਬਰ ਕਮਿਸ਼ਨਰ, ਉਹਨਾਂ ਕੋਲ ਤੁਸੀਂ ਇਹ ਆંકੜੇ ਲੈ ਸਕਦੇ ਹੋ ਕਿ ਅਸੀਂ ਅਨਪਲਾਈਮੈਂਟ ਯੂਥ ਲਈ ਕੁਝ ਕੀਤਾ, ਅਸੀਂ ਲੋਨ ਪ੍ਰੋਵਾਈਡ ਕੀਤੇ। ਹੁਣ ਵੀ ਕੋਸ਼ਿਸ਼ ਹੈਗੀ ਅਸੀਂ ਇੱਕ ਸਲਮ ਏਰੀਏ ਵਿੱਚ ਇਹਨਾਂ ਚੀਜ਼ਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਕਿ ਇਹਨਾਂ ਵਾਸਤੇ ਜਿੱਦਾਂ ਕਣਕ ਦੇ ਰਹੇ ਹਾਂ, ਨੀਲੇ ਕਾਰਡ ਵਾਸਤੇ ਆਟਾ ਦੇ ਰਹੇ ਹਾਂ, ਦਾਲ ਦੇ ਰਹੇ ਹਾਂ, ਉਹ ਸਕੀਮ ਨੂੰ ਅਸੀਂ ਫਿਰ ਲਾਗੂ ਕੀਤਾ। ਪਹਿਲੇ ਇਹ ਸਕੀਮ ਲੋਕਾਂ ਤੱਕ ਪਹੁੰਚਦੀ ਨਹੀਂ ਸੀ। ਜਦੋਂ ਮੈਂ ਆ ਕੇ ਦੇਖਿਆ ਕਿ ਇਹ ਚੀਜ਼ਾਂ ਲੋਕਾਂ ਨੂੰ ਕਿੱਦਾਂ ਪ੍ਰੋਵਾਈਡ ਕਰੀਏ। ਸਪੋਜ਼ਿੰਗ ਮੇਰੇ ਇਲਾਕੇ 'ਚ ਬਾਜਪੁਰ ਹੈ, ਲੰਮਾ ਪਿੰਡ ਚੌਂਕ ਦੇ ਨਾਲ ਕਿਸ਼ਨਪੁਰ ਹੈ, ਇਹ ਚੀਜ਼ਾਂ ਮੈਂ ਉੱਥੇ ਦੇਖੀਆਂ। ਕੌਂਸਲਰਸ ਦੀ ਡਿਊਟੀ ਲਾਈ ਕਿ ਕੌਂਸਲਰ ਨੇ ਖਾਲੀ ਹੋਰ ਵੀ ਕੰਮ ਕਰਨੇ ਤੇ ਇਹ ਵੀ ਕੰਮ ਕਰੋ, ਕਿਉਂਕਿ ਇਹ ਚੀਜ਼ਾਂ ਹੋਈਆਂ ਨੇ। ਹੁਣ ਲੋਕਾਂ ਨੂੰ ਸੈਟੀਸਫੈਕਸ਼ਨ ਵੀ, ਸਾਨੂੰ ਪੈਨਸ਼ਨ ਵੀ ਮਿਲ ਰਹੀ ਹੈ, ਸਾਨੂੰ ਇਹ ਲੋਨ ਵੀ ਮਿਲ ਰਿਹਾ। ਤੁਸੀਂ ਇੱਕ ਹੋਰ ਦੇਖੋ, ਇਹਨਾਂ ਸਵੈ ਸੇਵੀ ਸੰਸਥਾਵਾਂ ਬਣਾਈਆਂ, 10-10 ਲੇਡੀ ਦਾ ਇੱਕ ਗਰੁੱਪ ਬਣਾਇਆ, ਉਹਦੇ ਵਿੱਚ ਇੱਕ ਲੇਡੀ ਨੂੰ ਅਸੀਂ ਇੰਪਲਾਈ ਕਰਦੇ ਹਾਂ, ਉਹਨੂੰ ਤਨਖਾਹ ਦਿੰਦੇ ਹਾਂ 5000 ਰੁਪਏ। ਉਹ ਤੁਸੀਂ ਆંકੜੇ ਕਾਰਪੋਰੇਸ਼ਨ 'ਚੋਂ ਲੈ ਸਕਦੇ ਹੋ, ਕਿੰਨਿਆਂ ਨੂੰ ਤੁਸੀਂ ਨਹਿਰੂ ਰੋਜ਼ਗਾਰ ਯੋਜਨਾ 'ਚ ਪੈਸੇ ਆਉਂਦੇ ਨੇ। ਉਹਦੇ 'ਚ ਤੁਸੀਂ ਸੈਲਫ ਹੈਲਪ ਗਰੁੱਪ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹਦੇ 'ਚ ਔਰਤਾਂ ਨੂੰ ਸੰਗਠਿਤ ਕੀਤਾ ਜਾਂਦਾ ਹੈ। ਬਹੁਤ ਸਾਰੀਆਂ ਸਕੀਮਾਂ ਦੀ ਤੁਸੀਂ ਗੱਲ ਕੀਤੀ। ਸ਼ਹਿਰ ਦੀ ਸੁੰਦਰਤਾ, ਜਿਹਨੂੰ ਬਿਊਟੀਫਿਕੇਸ਼ਨ ਕਹਿੰਦੇ ਹੋ, ਉਸ ਆਧਾਰ ਦੇ ਉੱਤੇ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਰੰਗ ਰੋਸ਼ਨ ਦਾ ਕੰਮ ਹੋ ਰਿਹਾ। ਕਈ ਜਗ੍ਹਾ ਦੇ ਉੱਤੇ ਜਿੱਥੇ ਆਲਰੇਡੀ ਬੜਾ ਸੋਹਣਾ ਰੰਗ ਰੋਸ਼ਨ ਹੈਗਾ, ਉੱਥੇ ਵੀ ਦੁਬਾਰਾ ਕੀਤਾ ਜਾ ਰਿਹਾ, ਖਾਸ ਤੌਰ 'ਤੇ ਮਾਡਲ ਟਾਊਨ ਏਰੀਆ ਔਰ ਉਹਦੇ ਆਲੇ ਦੁਆਲੇ ਦੀ ਜੇ ਮੈਂ ਗੱਲ ਕਰਾਂ ਤਾਂ। ਅਗਲੀ ਗੱਲ ਜੇ ਕਰਦੇ ਹਾਂ ਤਾਂ ਅੱਜ ਕੱਲ੍ਹ ਜਿਹੜੇ ਫਲਾਈਓਵਰ ਬਣੇ ਨੇ, ਉਹਨਾਂ ਦੇ ਹੇਠਾਂ ਵੀ ਬੜੇ ਪੌਦੇ ਔਰ ਬੜੇ ਬੂਟੇ ਲਗਾਉਣ ਦੀ ਗੱਲ ਆਉਂਦੀ ਆ, ਔਰ ਉਹਦੇ ਬਾਰੇ ਵਿਵਾਦ ਵੀ ਉੱਠਦੇ ਨੇ ਕਿ ਜਿੰਨੇ ਪੈਸੇ ਦੇ ਵਿੱਚ ਇਹ ਲੱਗੇ ਨੇ, ਸ਼ਾਇਦ ਉਹਨੇ 'ਚ ਕਿਸੇ ਪੂਰੀ ਦੀ ਪੂਰੀ ਆਬਾਦੀ ਨੂੰ ਰੋਟੀ ਮਿਲ ਸਕਦੀ ਸੀਗੀ ਕਰੋਨਾ ਦੇ ਇਸ ਕਾਲ ਦੇ ਵਿੱਚ। ਤੁਸੀਂ ਇਹਦੇ ਬਾਰੇ ਕੁਝ ਖਾਸ ਆਪਣੀ ਟਿੱਪਣੀ? ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਸੋਚੋ, ਬੂਟੇ ਲਾਣਾ ਕੋਈ ਮਾੜੀ ਗੱਲ ਨਹੀਂ ਹੈ। ਜਦੋਂ ਚੰਗਾ ਕੰਮ ਹੋਣਾ ਨਾ, ਉਹਦੀ ਤੁਹਾਡੇ ਵਾਸਤੇ ਲੋਕਾਂ ਨੇ ਕੁਝ ਮਾੜਾ ਵੀ ਕਹਿਣਾ, ਮੈਂ ਇਸ ਗੱਲ ਨੂੰ ਮੰਨਦਾ। ਲੇਕਿਨ ਆਪਾਂ ਅੱਜ ਵਨ ਮਹੋਤਸਵ ਮਨਾ ਰਹੇ ਹਾਂ, ਲਗਾਤਾਰ ਮੈਂ ਰੋਜ਼ 5 ਬੂਟੇ ਲਗਾਉਣਾ ਆਪਣੇ ਆਫਿਸ ਦੇ ਬਾਹਰ, ਕੱਲ੍ਹ ਵੀ ਲਗਾਏ ਤੇ ਅੱਜ ਵੀ ਲਗਾਏ ਨੇ। ਹਰ ਬੰਦਾ ਜੇ 2 ਬੂਟੇ ਲਗਾਵੇ ਤਾਂ ਸ਼ਾਇਦ ਤੁਹਾਡੀ ਆਬੋ-ਹਵਾ ਚੇਂਜ ਹੋਏਗੀ, ਸ਼ਹਿਰ ਦੀ ਸੁੰਦਰਤਾ ਬਣੇਗੀ। ਮੈਂ ਫਲਾਈਓਵਰ ਦੀ ਗੱਲ ਕਰ ਰਿਹਾ, ਅੱਗੇ ਅੱਜ ਤੋਂ ਤੁਸੀਂ 2 ਸਾਲ ਪਹਿਲੇ ਵੇਖਿਓ, ਉਹੀ PAP ਚੌਂਕ, ਅੱਜ ਦਾ PAP ਚੌਂਕ 'ਚ ਕਿੰਨਾ ਫਰਕ ਹੈ ਜੀ। ਤੁਸੀਂ ਹੁਣ ਮੇਰੀ ਕੋਸ਼ਿਸ਼ ਹੈ ਗ੍ਰੀਨ ਬੈਲਟਾਂ ਨੂੰ ਤੇ ਡਿਵੈਲਪ ਕਰਨ ਦੀ, ਕਿ ਮੈਂ ਗ੍ਰੀਨ ਬੈਲਟਾਂ ਚਾਹੇ ਪ੍ਰਾਈਵੇਟ ਕਰੇ ਕੋਈ, ਲੇਕਿਨ ਕਰਾਂਗੇ ਜ਼ਰੂਰ। ਤੁਹਾਨੂੰ ਇੱਕ ਵਾਰੀ ਇਹ ਪਤਾ ਲੱਗਾ, ਜਿੱਦਾਂ ਲਿਖਿਆ ਨਾ, ਆਪ ਜਰਾ ਮੁਸਕਰਾਓ, ਆਪ ਜਲੰਧਰ में हैं तो ਸੱਚੀ ਮੁਸਕਰਾਓਗੇ। तो ਇੱਦਾਂ ਦੀ ਕੋਈ ਗੱਲ ਨਹੀਂ। ਜੇ ਅਸੀਂ ਆਇਆ ਮੇਨ ਉਹ ਪ੍ਰੈਕਟੀਕਲ, ਜੇ ਕੰਮ ਕਰਾਂਗੇ ਤੇ ਕੰਮ ਦਿਖਾਵਾਂਗੇ। ਸਾਡੇ ਕੋਲ ਇਸ ਵੇਲੇ ਇੱਕ ਹੋਰ ਮੁੱਦਾ ਬੜਾ ਗੰਭੀਰ, ਜਿਹੜਾ ਉਹ ਸੀਵਰੇਜ ਔਰ ਪਾਣੀ ਦੀ ਪਾਈਪ ਦਾ ਮੁੱਦਾ ਖੜਾ ਹੋ ਜਾਂਦਾ ਹੈ, ਜਿੱਥੇ ਕਿ ਅਖਬਾਰਾਂ ਹੀ ਬਿਆਨ ਕਰਦੀਆਂ ਨੇ ਕਿ ਸਾਡੇ ਹੀ ਕਾਉਂਸਲਰਸ ਔਰ ਸਾਡੇ ਹੀ ਮਿਨਿਸਟਰਸ ਨੂੰ ਜਾ ਕੇ ਦਿੱਲੀ ਜਾ ਕੇ ਧਰਨੇ ਔਰ ਉਹ ਸਭ ਕਰਨਾ ਪੈਂਦਾ ਹੈ ਕਿ ਹਾਂਜੀ ਜੀ ਕੰਮ ਅਸੀਂ ਇੱਥੇ ਕਰਾਉਣਾ ਤੇ ਉਹਦੇ ਵਾਸਤੇ ਸਾਨੂੰ ਦਿੱਲੀ ਜਾਣਾ ਪੈਂਦਾ। ਤੇ ਜੇ ਇਹ ਕੁਝ ਹੋ ਰਿਹਾ ਔਰ ਉਸ ਤੋਂ ਬਾਅਦ ਵੀ 80 ਲੱਖ ਲਗਾਉਣ ਤੋਂ ਬਾਅਦ ਵੀ ਫਿਰ ਦੁਬਾਰਾ ਤੋਂ ਟੈਂਡਰ ਖੋਲ੍ਹੇ ਜਾ ਰਹੇ ਨੇ, ਬਣਾਏ ਜਾ ਰਹੇ ਨੇ, ਤਾਂ ਤੁਸੀਂ ਫਿਰ ਪਲੈਨਿੰਗ ਕਿੱਦਾਂ ਕਰਦੇ ਹੋ? ਥੋੜ੍ਹੀ ਜਿਹੀ ਕਹਿਣ ਦਾ ਮਕਸਦ ਹੀ ਇੱਦਾਂ ਦਾ ਕੋਈ ਮਸਲਾ ਹੈ ਨਹੀਂ ਸੀ, ਲੇਕਿਨ ਕੁਝ ਮੈਂ ਇਹ ਨਹੀਂ ਕਹਿੰਦਾ ਕਿਸੇ ਅਖਬਾਰਾਂ ਨੇ ਗਲਤ ਲਿਖਿਆ, ਲੇਕਿਨ ਗੱਲ ਕੁਝ ਹੋਰ ਸੀ, ਬਣ ਹੋਰ ਗਈ। ਮਸਲਾ ਉਹਨਾਂ ਦਾ ਕੁਝ ਹੋਰ ਸੀ, ਸੀਵਰੇਜ 'ਤੇ ਡਿੱਗ ਪਿਆ। ਮੈਂ ਤਾਂ ਅੱਗੇ ਤੁਹਾਨੂੰ ਕਹਿੰਦਾ 70 ਸਾਲ ਸਾਨੂੰ ਆਜ਼ਾਦ ਹੋਇਆ ਹੋ ਗਏ, ਹਜੇ ਤੱਕ ਅਸੀਂ ਸੀਵਰੇਜ ਤੇ ਵਾਟਰ ਸਪਲਾਈ ਤੋਂ ਬਾਹਰ ਨਹੀਂ ਆ ਪਾਏ, ਰੋਟੀ ਤੋਂ ਨਹੀਂ ਬਾਹਰ ਆ ਪਾਏ। ਨਹੀਂ ਆਏ ਪਏ ਨਾ, ਕਿਉਂਕਿ ਮੈਨੂੰ ਯਾਦ ਸਰਕਾਰ ਨੇ ਅੰਮ੍ਰਿਤ ਸਕੀਮ ਸ਼ੁਰੂ ਕੀਤੀ, ਅੰਮ੍ਰਿਤ ਯੋਜਨਾ, ਉਹਦੇ ਤਹਿਤ ਅਸੀਂ 1500 ਕਰੋੜ ਰੁਪਏ ਖਰਚ ਰਹੇ ਹਾਂ। ਉਹਦੇ 'ਚ ਸ਼ਾਇਦ 100 ਕਰੋੜ ਰੁਪਏ ਜਲੰਧਰ 'ਚ ਵੀ ਲੱਗ ਰਿਹਾ। ਨਵੀਆਂ ਮੈਂ ਦੱਸ ਰਿਹਾ ਸੀ, ਤੁਸੀਂ ਫਿਰ ਕਹੋਗੇ ਮੈਂ ਮਾਡਲ ਟਾਊਨ ਦੀ ਗੱਲ ਕਰਦਾ। ਹੋਇਆ ਕੀ ਇਹ ਕਿ ਜਦੋਂ ਮਾਡਲ ਟਾਊਨ ਬਣਿਆ, ਉਦੋਂ ਕੋਠੀਆਂ ਸੀ ਉੱਥੇ 870, ਹੁਣ ਬਣ ਗਈਆਂ ਕੋਈ 2770। ਪਾਣੀ ਦੀ ਪਾਈਪ 'ਚ ਉਹੀ ਹੈ, ਸੀਵਰੇਜ ਉਹੀ ਹੈ, ਪਾਪੂਲੇਸ਼ਨ ਵੱਧ ਗਈ,
ਪਰ ਲੇਕਿਨ ਲੋਕ ਪਬਲਿਕ ਵਾਂਟ ਚੇਂਜ। ਸਾਡੇ ਘਰ ਪਾਣੀ ਠੀਕ ਨਹੀਂ ਆ ਰਿਹਾ ਜੀ, ਸਾਡੇ ਗੰਦਾ ਪਾਣੀ ਆ ਰਿਹਾ, ਲੇਕਿਨ ਅਸੀਂ ਉਹਨੂੰ ਇਸ ਚੀਜ਼ ਨੂੰ ਦੇਖਦੇ ਗੰਦਾ ਇਹਨੂੰ ਨਿਕਾਸੀ ਦਾ ਕੰਮ ਸ਼ੁਰੂ ਕੀਤਾ। ਲੇਕਿਨ ਜਿਹੜੀ ਪਲੈਨਿੰਗ ਹੋਣੀ ਚਾਹੀਦੀ ਹੈ ਅੱਜ ਤੋਂ 9-10 ਸਾਲ ਪਹਿਲੇ ਹੋਈ। ਕਿਸੇ ਉਦੋਂ DPR ਬਣੀ, ਡਿਸਟ੍ਰਿਕਟ ਪ੍ਰੋਜੈਕਟ ਰਿਪੋਰਟ, ਉਦੋਂ ਕਿਸੇ ਨੇ ਇਨੀਸ਼ੀਏਟਿਵ ਨਹੀਂ ਲਿਆ ਪਿਛਲੀ ਸਰਕਾਰ 'ਚ। ਜੇ ਇਨੀਸ਼ੀਏਟਿਵ ਲੈਂਦੇ ਸ਼ਾਇਦ ਇਹੋ ਜਿਹਾ ਕੰਮ ਨਾ ਹੁੰਦਾ। ਹੁਣ ਹੋਇਆ ਕੀ ਹੈ, ਸੜਕਾਂ ਬਣ ਗਈਆਂ, ਅਸੀਂ ਅੰਮ੍ਰਿਤ ਸਕੀਮ ਲਾਗੂ ਕਰਤੀ, ਹੁਣ ਸੜਕਾਂ ਟੁੱਟ ਗਈਆਂ, ਹੁਣ ਸਾਨੂੰ ਪੈਸੇ ਫਿਰ ਯੂਟੀਲਾਈਜ਼ ਕਰਨੇ ਬਣ ਗਏ। ਇੰਨੇ ਸਰਕਾਰ ਕੋਈ ਇਨਫਰਾਸਟ੍ਰਕਚਰ ਨਹੀਂ ਹੁੰਦਾ ਕਿ ਜਿਹਦੇ ਨਾਲ ਅਸੀਂ ਕਰ ਸਕੀਏ। ਲੇਕਿਨ ਆਪਣੀ ਕੋਸ਼ਿਸ਼ ਹੁੰਦੀ ਹੈ। ਸੁਪਰੀਮ ਕੋਰਟ ਦੀ ਰੂਲਿੰਗ ਹੈ ਇੱਕ ਬਿਜਲੀ ਤੇ ਪਾਣੀ ਇਹਨਾਂ ਨੂੰ ਠੀਕ ਮੁਹੱਈਆ ਕਰਾਇਆ ਜਾਵੇ। ਉਸ ਰੂਲ ਨੂੰ ਹੁਣ ਫੋਲੋ ਕੀਤਾ ਜਾ ਰਿਹਾ। ਉਹਦੇ 'ਚ ਮੈਂ ਵੀ ਫੋਲੋ ਕਰਦਾ, ਕੋਸ਼ਿਸ਼ ਹੁੰਦੀ ਹੈ ਸਾਰੇ ਇਲਾਕਿਆਂ 'ਚ ਜਾਣਾ। ਮੈਂ ਕੋਈ ਇਕੱਲਾ ਮਾਡਲ ਟਾਊਨ ਦਾ ਪਲੈਨਿੰਗ ਚੇਅਰਮੈਨ ਨਹੀਂ ਹਾਂ, ਮੈਂ ਸਾਰੇ ਡਿਸਟ੍ਰਿਕਟ ਦਾ, ਮੇਰੇ ਕੋਲ 870 ਪਿੰਡ ਵੀ ਨੇ, ਸ਼ਹਿਰ ਦੇ 80 ਕੌਂਸਲਰ ਵੀ ਆਉਂਦੇ। ਲੇਕਿਨ ਮੇਰੇ ਕੋਲ ਜਦੋਂ ਕੋਈ ਪ੍ਰੋਬਲਮ ਲੈ ਕੇ ਆਉਂਦਾ, ਮੇਰੀ ਪ੍ਰਾਇੋਰਟੀ ਹੁੰਦੀ ਹੈ ਇਹਦੀ ਗੱਲ ਸੁਣਨ ਦਾ, ਕੰਮ ਕੀਤਾ ਜਾਵੇ। ਹੁਣ LED ਪ੍ਰੋਜੈਕਟ ਹੈ, ਬਹੁਤ ਵਧੀਆ ਸ਼ਹਿਰ 'ਚ ਚੱਲ ਰਿਹਾ। ਕਿਉਂਕਿ ਜਦੋਂ ਬੰਦਾ ਥੋੜ੍ਹਾ ਜਿਹਾ ਦੁਆਬੇ 'ਤੇ ਲੋਕ ਇੰਦਾ ਰਹੇ ਨੇ, ਬਾਹਰੋਂ ਆ ਕੇ ਬੜੀਆਂ ਦੇਖਦੇ ਆ ਕਿ ਜਲੰਧਰ ਸ਼ਹਿਰ ਅੱਗੇ ਨਾਲੋਂ ਵਧੀਆ। ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ, ਮੈਂ ਇੰਦੌਰ ਵੀ ਗਿਆ, ਮੈਂ ਗਵਾਲੀਅਰ ਵੀ ਗਿਆ, ਜੈਪੁਰ ਵੀ ਗਿਆ। ਇੱਕ ਛੋਟਾ ਜਿਹਾ ਸ਼ਹਿਰ ਹੈ ਅੰਬਿਕਾਪੁਰ, ਮੱਧ ਪ੍ਰਦੇਸ਼ 'ਚ। ਉੱਥੇ ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ LED ਸਾਰੀ ਇੱਥੇ ਲੱਗ ਗਈ। ਉਹਨਾਂ ਦੇ ਫੋਟੋ ਖਿੱਚ ਕੇ ਮੈਂ ਜਲੰਧਰ ਲਿਆਇਆ ਅਤੇ ਆ ਕੇ ਡਿਜ਼ਾਈਨ ਦਿੱਤਾ। ਲੇਕਿਨ ਸਹਾਰਨਪੁਰ ਕਿੱਡਾ ਕੁ ਦੂਰ ਹੈ ਸ਼ਹਿਰ, ਅੱਜ ਉੱਥੇ ਦੀ ਤੁਸੀਂ ਕਿਤੇ ਚਾਂਸ ਮਿਲੇ ਲਾਈਟਿੰਗ ਦੇਖੋ, ਲੱਗਦਾ ਸਮਾਰਟ ਸਿਟੀ ਹੈ। ਮੇਰੀ ਕੋਸ਼ਿਸ਼ ਹੁੰਦੀ ਜਿੰਨਾ ਤੁਸੀਂ ਜ਼ਿਆਦਾ ਫੀਲਡ ਵਰਕ ਕਰੋਗੇ ਉਹਨਾਂ ਤੁਹਾਨੂੰ ਜ਼ਿਆਦਾ ਅਵੇਅਰਨੈਸ ਹੋਊਗੀ। ਮੈਂ ਬੜੇ ਲੋਕਾਂ ਨੂੰ ਵੀ ਨਾਲ ਲੈ ਕੇ ਜਾਂਦਾ, ਚਲੋ ਆਪਾਂ ਚੱਲੀਏ। ਮੈਂ ਆਪਣੇ ਘਰ ਸਵੇਰੇ ਕੋਸ਼ਿਸ਼ ਹੁੰਦੀ ਕਿ 9 ਵਜੇ ਤੱਕ ਨਿਕਲਦਾ ਮੈਂ, ਅਤੇ ਸੜਕਾਂ 'ਤੇ ਦੇਖਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਅਸੀਂ ਹਸਬੈਂਡ ਵਾਈਫ ਵੀ ਇੱਥੇ ਕੰਮ 'ਤੇ, ਅਸੀਂ ਸਫਾਈ ਵਾਸਤੇ ਵੀ ਬੜੇ ਵਚਨਬੱਧ ਰਹਿੰਦੇ ਹਾਂ, ਕਿਸੇ ਤਰੀਕੇ ਸਫਾਈ ਹੋਵੇ। ਮੇਰੀ ਕੋਸ਼ਿਸ਼ ਹੁੰਦੀ ਕਿ ਜੇ ਮੇਰੇ ਸਾਹਮਣੇ ਵੀ ਕੋਈ ਕੇਲੇ ਦਾ ਛਿਲਕਾ ਵੀ ਹੋਏ ਤਾਂ ਮੈਂ ਕਾਰ ਰੋਕ ਕੇ ਕੇਲੇ ਦਾ ਛਿਲਕਾ ਚੁੱਕਦਾ, ਕਿ ਜੇ ਮੈਂ ਨਹੀਂ ਕਰ ਸਕਦਾ ਤਾਂ ਹੋਰ ਕੌਣ ਕਰੇਗਾ। ਲੇਕਿਨ ਲੋਕਾਂ ਨੂੰ ਸੋਚਣਾ ਤਾਂ ਪਏਗਾ ਨਾ, ਆਪਣੇ ਆਪ ਨੂੰ ਕੋਈ ਸੁਧਾਰ ਤਾਂ ਕਰਨਾ ਪਏਗਾ ਨਾ। ਇਹ ਤਾਂ ਜ਼ਾਤੀ ਹੋ ਗਿਆ ਕਿ ਤੁਹਾਡੀ ਤਰਬੀਅਤ ਔਰ ਤੁਹਾਨੂੰ ਚੰਗੇ ਉਸਤਾਦ ਔਰ ਚੰਗੇ ਟੀਚਰਸ ਮਿਲੇ ਨੇ, ਇਸ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਸ਼ੁਮਾਰ ਹੈ ਕਿ ਹਾਂ ਤੁਸੀਂ ਜਿੱਥੇ ਵੀ ਬੁਰਾਈ ਦੇਖਦੇ ਹੋ ਉਹਨੂੰ ਠੀਕ ਕਰਨ ਦੀ ਉਸੇ ਵੇਲੇ ਕੋਸ਼ਿਸ਼ ਕਰਦੇ ਹੋ। ਪਰ ਜਦੋਂ ਤੁਸੀਂ ਸਮਾਜ ਦੇ ਮੋਹਤਬਰ ਬਣਦੇ ਹੋ ਤਾਂ ਫਿਰ ਤੁਸੀਂ ਪੂਰੇ ਸਮਾਜ ਨੂੰ ਇੱਕ ਸੰਗਠਿਤ ਕਰਕੇ ਔਰ ਨਵੀਂ ਦਿਸ਼ਾ ਔਰ ਚੰਗੀ ਦਿਸ਼ਾ ਦੇਣੀ ਹੁੰਦੀ ਹੈ ਤਾਂ ਕਿ ਉਹਦੀ ਦਸ਼ਾ ਬਿਹਤਰ ਹੋ ਸਕੇ। ਇਸ ਦਸ਼ਾ ਬਿਹਤਰ ਦੇ ਵਿੱਚ ਜਦੋਂ ਅੱਜ ਵੀ ਅਸੀਂ ਸੜਕ ਦੇ ਉੱਤੇ ਨਿਕਲਦੇ ਹਾਂ ਤਾਂ ਦੇਖਦੇ ਹਾਂ ਕਿ ਹਾਂਜੀ ਸੀਵਰੇਜ ਵਾਲਿਆਂ ਦਾ, ਇਲੈਕਟ੍ਰਿਸਿਟੀ ਵਾਲਿਆਂ ਦਾ ਨਾਲ ਕੋਈ ਕੋਆਰਡੀਨੇਸ਼ਨ ਨਹੀਂ ਹੈ। ਜੇ ਇਹ ਤੁਸੀਂ ਕਹਿ ਰਹੇ ਹੋ ਤਾਂ ਫਿਰ ਪਲੈਨਿੰਗ ਕੀ ਹੈ ਤੁਹਾਡੇ ਅੰਡਰ ਨਹੀਂ ਆਉਂਦੀ ਕਿ ਤੁਸੀਂ ਇਹਦੇ ਵਾਸਤੇ ਕੋਈ ਨਵੇਂ ਉਪਰਾਲੇ ਜਾਂ ਨਵੀਂ ਕੋਈ ਤਰੀਕਾ ਨਹੀਂ ਕਿ ਇਹਨਾਂ ਦਾ ਕੋਆਰਡੀਨੇਸ਼ਨ ਆਪਸ ਦੇ ਵਿੱਚ ਘੱਟੋ ਘੱਟ ਬਿਹਤਰ ਹੋ ਸਕੇ? ਤੁਹਾਨੂੰ ਇਸ ਗੱਲ ਤੇ ਆ ਰਿਹਾ, ਜਦੋਂ DPR ਬਣੀ ਸੀ ਇਹਨਾਂ ਨੇ ਕਿਹਾ ਸੀ, ਮੈਂ ਉਦੋਂ ਕੋਈ ਸਰਕਾਰ 'ਚ ਵੀ ਨਹੀਂ ਸੀ, ਪਾਰਟ ਆਫ ਦੀ ਗਵਰਨਮੈਂਟ ਹੁੰਦਾ ਬੰਦਾ, ਉਦੋਂ ਇਹਨਾਂ ਨੇ ਕਿਹਾ ਸੀ ਜਿਹੜੀਆਂ ਉੱਪਰ ਤਾਰਾਂ ਚੱਲ ਰਹੀਆਂ ਨੇ ਅਸੀਂ ਚੇਂਜ ਕਰ ਰਹੇ ਹਾਂ। ਮੈਂ ਇਹਨਾਂ ਨੂੰ ਉਦੋਂ ਇਹ ਕਿਹਾ ਸੀ ਕਿ ਤੁਸੀਂ ਤਾਰਾਂ ਸਾਰੀਆਂ ਅੰਡਰਗਰਾਊਂਡ ਕਰ ਦਿਓ। ਇਹਨਾਂ ਨੇ ਕਿਸੇ ਨੇ, ਸਰਕਾਰ ਨੇ ਸੁਣੀ ਨਹੀਂ ਸਾਡੀ। ਤੁਹਾਡੀ ਵੀ ਨਹੀਂ ਸੁਣਦੇ? ਨਹੀਂ, ਉਦੋਂ ਮੈਂ ਸਰਕਾਰ 'ਚ ਨਹੀਂ ਸੀ ਹੈਗਾ ਨਾ, ਸਰਕਾਰ ਡਿਫਰੈਂਟ ਸੀ। ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਨਾ, ਉਹਨੂੰ ਸ਼ਹਿਰਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਉਦੋਂ ਪਿੰਡਾਂ ਵੱਲ ਬੜਾ ਜ਼ੋਰ ਦਿੰਦੇ। ਜਦੋਂ ਮੈਂ ਸ਼ਹਿਰਾਂ ਵੱਲ ਦੇਖਦਾ ਸੀ ਕਿ ਹੁਣ ਤੁਸੀਂ ਇੱਥੋਂ ਫਗਵਾੜਾ ਗੇਟ ਚੱਲ ਜਾਓ ਜਾਂ ਤੁਸੀਂ ਟਾਰੀ ਬਾਜ਼ਾਰ ਚੱਲ ਜਾਓ, ਅੱਜ ਵੀ ਮੈਂ ਮਹਿਸੂਸ ਕਰਦਾ ਕਿ ਜੇ ਕਿਸੇ ਕੋਈ ਮਿਸਹੈਪਨਿੰਗ ਕੋਈ ਹੋ ਜਾਵੇ, ਸਪੋਜ਼ਿੰਗ ਕੋਈ ਅੱਗ ਦਾ ਚਾਂਸ ਬਣ ਗਿਆ ਲੱਗੀ, ਸਾਡੀ ਤਾਂ ਉੱਥੇ ਫਾਇਰ ਬ੍ਰਿਗੇਡ ਨਹੀਂ ਚੱਲਣੀ, ਅਤੇ ਕਿੱਥੇ ਅਸੀਂ ਜਾਵਾਂਗੇ। ਲੋਕਾਂ ਨੂੰ ਬੜਾ ਸਮਝਾਈਦਾ ਪਰ ਲੋਕ ਆਪਣੀਆਂ ਦੁਕਾਨਾਂ ਬਾਹਰ ਕੱਢ ਕੇ ਤੇ ਆ ਗਏ ਨੇ, ਪਰ ਸਿਸਟਮ ਸਾਡਾ ਉੱਥੇ ਦਾ ਉੱਥੇ ਨਾ। ਤਾਂ ਕੋਈ ਜੇ ਤੁਸੀਂ ਸਾਡਾ ਮਹਿਕਮਾ ਜਿਹੜਾ ਹੈ ਬਿਲਡਿੰਗ ਬ੍ਰਾਂਚ ਇੱਥੇ, ਸਪੋਜ਼ਿੰਗ ਬਿਲਡਿੰਗ ਬ੍ਰਾਂਚ ਦਾ ਕੀ ਦੇਖੋ ਹਾਲ ਇੱਥੇ ਹੋ ਗਿਆ ਬੜਾ। ਮੈਂ ਚੇਂਜ ਵੀ ਕੀਤਾ ਆ ਕੇ, ਜਦੋਂ ਤੱਕ ਤੁਸੀਂ ਨੀਹਾਂ ਪੁੱਟ ਲੈਂਦੇ ਤੁਹਾਨੂੰ ਕੁਛ ਨਹੀਂ ਕਹਿੰਦਾ ਕੋਈ, ਕੰਧਾਂ ਖੜੀਆਂ ਹੋ ਗਈਆਂ, ਲੈਂਟਰ ਪਾ ਕੇ ਫਿਰ ਤੁਹਾਨੂੰ ਨੋਟਿਸ ਦੇ ਦੇਣਗੇ। ਇਹ ਚੀਜ਼ਾਂ ਔਨਲਾਈਨ ਸ਼ੁਰੂ ਹੋਈਆਂ ਆ ਕੇ ਸੀ। ਯਾਨੀ ਤੁਹਾਡੀ ਨੌਲੇਜ ਦੇ ਵਿੱਚ ਹੈਗੀ ਹੈ ਵੀ ਇਹ ਚੀਜ਼ਾਂ ਹੈਗੀਆਂ ਨੇ ਗੜਬੜ? ਔਨਲਾਈਨ ਹੋਈਆਂ, ਹੁਣ ਅੱਗੇ ਨਾਲ ਬੜਾ ਸੁਧਾਰ ਹੋਇਆ। ਕਿਉਂਕਿ ਮੈਨੂੰ ਯਾਦ ਹੈ ਜਦੋਂ ਬਿਲਡਿੰਗਾਂ ਬਣੀਆਂ ਇਹਨਾਂ ਦੇ ਬਾਈਲਾਸ ਦੇ ਵਿੱਚ ਕਾਫੀ ਡਿਫਰੈਂਸਿਸ ਹੁੰਦੇ ਸੀ। ਹੁਣ ਇਹਨਾਂ ਨੇ ਕੀ ਕੀਤਾ, ਬਾਈਲਾ ਚੇਂਜ ਹੋ ਕੀਤੇ, CLU ਕਰਾਏ, ਜਿਹੜੇ CLU ਹੁੰਦੇ ਨਹੀਂ ਸੀ। ਮੈਰਿਜ ਪੈਲੇਸ ਬਣਿਆ ਉਹਦੇ 'ਤੇ ਫਾਇਰ ਦਾ ਹੋਣਾ ਵੀ ਚਾਹੀਦਾ, ਪਹਿਲੇ ਨਹੀਂ ਸੀ ਹੁੰਦਾ, ਉਹਨੂੰ ਹੋਇਆ, ਅਸੀਂ ਆ ਕੇ ਕੀਤਾ। ਲੇਕਿਨ ਠੀਕ ਹੈ ਰੇਟ ਵਧੇ, ਲੇਕਿਨ ਲੋਕਾਂ ਨੇ ਰੇਟ, ਜਿਹਨੇ ਵਿਆਹ 'ਤੇ ਜਾਣਾ ਉਹਨੇ ਪੈਸੇ ਵੀ ਦੇਣੇ ਆ, ਪੈਲੇਸ ਵੀ ਵਧੀਆ ਲੈਣਾ। ਜੇ ਵਧੀਆ ਚੀਜ਼ਾਂ ਪ੍ਰੋਵਾਈਡ ਹੋਣੀਆਂ ਤਾਂ ਸਰਕਾਰ ਨੂੰ ਕਿਉਂ ਨਾ ਕੁਝ ਠੀਕ ਕਰਨਾ ਪਵੇ। ਫਿਰ ਅਸੀਂ ਇਹਨਾਂ ਨੇ ਵਾਟਰ ਹਾਰਵੈਸਟਿੰਗ ਸਿਸਟਮ ਸ਼ੁਰੂ ਕਰਾਏ, ਇਹਨਾਂ ਦੇ RO ਸਿਸਟਮ ਸ਼ੁਰੂ ਕਰਾਏ। ਲੇਕਿਨ ਇਹ ਚੀਜ਼ਾਂ
ਪਹਿਲੀ ਸਰਕਾਰ ਨੇ ਬਠਿੰਡੇ ਤੇ ਮੁਕਤਸਰ 'ਚ ਤੇ ਕੀਤੀਆਂ, ਜਲੰਧਰ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਕਈ ਵਾਰੀ ਸਾਡੀ ਸਮਝ ਲਓ ਲੀਡਰਸ਼ਿਪ ਕਮਜ਼ੋਰ ਰਹੀ ਸਰਕਾਰ ਦੀ। ਹੁਣ ਜਦੋਂ ਅਸੀਂ ਲੋਕ ਆਏ, ਆਪਣਾ ਅਸੀਂ ਵਿਜ਼ਨ ਦੇਖਿਆ ਕੀ ਹੋਣਾ ਚਾਹੀਦਾ, ਲੇਕਿਨ ਥੋੜ੍ਹਾ ਬਹੁਤਾ ਜੇ ਮੈਂ 25% ਜਾਂ 30% ਵੀ ਕੋਈ ਠੀਕ ਕਰਦਾ ਤਾਂ ਮੈਂ ਸੈਟੀਸਫਾਈਡ ਹੋਵਾਂ। ਹੁਣ ਕੀ ਹੋ ਰਿਹਾ, ਇੱਕ ਪਾਈਪਲਾਈਨ ਪੈ ਰਹੀ ਗੈਸ ਦੀ, ਕਿਸੇ ਨੇ ਕਹਿਤਾ ਪਾ ਦਿਓ, ਕਿਸੇ ਨੇ ਕਹਿਤਾ ਨਹੀਂ ਪਾ ਦਿਓ। ਥੋੜ੍ਹੇ ਦਿਨ ਇਹ ਤੁਸੀਂ ਬੜੀ ਸੋਹਣੀ ਗੱਲ ਕੀਤੀ ਵੀ ਜੇ ਮੈਂ 25% ਵੀ ਠੀਕ ਕਰ ਪਾਵਾਂ ਤਾਂ ਤੁਹਾਨੂੰ ਇਹਦਾ ਮਤਲਬ ਲੱਗਦਾ ਹੈ ਕਿ 75% ਤੁਸੀਂ ਨਹੀਂ ਚੇਂਜ ਕਰ ਸਕਦੇ। ਨਹੀਂ, ਆਪਣੇ ਆਪ ਨੂੰ ਮੈਂਟਲੀ ਸੈਟਿਸਫਾਈਡ, ਕਿਉਂਕਿ ਸਰਕਾਰ ਦਾ ਮੈਂ ਜਦੋਂ ਬਣਿਆ ਅੱਜ ਤੱਕ ਤਾਂ ਮੈਨੂੰ 8-9 ਮਹੀਨੇ ਹੋਏ ਨੇ, ਲੇਕਿਨ ਨਾਓ ਇਟ ਵਿਲ ਟੇਕ ਟਾਈਮ। ਸ਼ੁਰੂਆਤ ਤਾਂ ਮੈਂ ਕੀਤੀ, ਜੇ ਮੈਂ ਸ਼ੁਰੂਆਤ ਹੀ ਨਹੀਂ ਕਰਾਂਗਾ ਤਾਂ ਕੰਮ ਕਿੱਦਾਂ ਹੋਏਗਾ। ਪਰ ਹੁਣ ਤੁਹਾਨੂੰ ਇਸ ਗੱਲ 'ਤੇ ਆ ਰਿਹਾ ਸੀ, ਮੈਂ ਹੁਣ ਗੈਸ ਪਾਈਪਲਾਈਨ ਪੈ ਰਹੀ ਹੈ, ਮੈਨੂੰ ਥੋੜ੍ਹੇ ਦਿਨ ਪਹਿਲੇ ਗੈਸ ਏਜੰਸੀ ਵਾਲੇ ਮਿਲੇ ਜੀ, ਸਾਡੀ ਗੈਸ ਪਾਈਪਲਾਈਨ ਰੋਕੋ। ਮੈਂ ਕਿਉਂ ਰੋਕੋ? ਨਹੀਂ ਜੀ, ਉਹ ਸੜਕਾਂ ਟੁੱਟ ਜਾਣਗੀਆਂ। ਮੈਂ ਕਿਹਾ ਟੁੱਟਣ ਦਾ ਕੰਮ ਸਾਡਾ ਹੈ, ਤੁਸੀਂ ਜੇ ਲੋਕਾਂ ਨੂੰ ਗੈਸ ਪ੍ਰੋਵਾਈਡ ਕਰੋ। ਹੁਣ ਸਿਲੰਡਰ ਵਾਸਤੇ ਕੋਈ ਖਾਲੀ ਉਹ ਸਿਲੰਡਰ 'ਚੋਂ ਗੈਸ ਕੱਢਦਾ ਫੜਿਆ ਜਾਂਦਾ, 25 ਕਿਲੋ ਦਾ ਸਿਲੰਡਰ ਜਾਂ 15 ਕਿਲੋ ਤੇ ਗੈਸ 5 ਕਿਲੋ ਨਿਕਲਦੀ, ਉਹ ਹੇਰਾਫੇਰੀ ਤਾਂ ਬੰਦ ਹੋਏਗੀ। ਲੇਕਿਨ ਅਸੀਂ ਕਿਹਾ ਸੜਕਾਂ ਟੁੱਟਣ ਭਾਵੇਂ ਨਾ, ਲੇਕਿਨ ਉੱਥੇ ਟੈਂਚ ਦਾ ਵੀ ਅਸੀਂ ਟੈਂਡਰ ਲਵਾਏ ਕਿ ਅੱਜ ਮੇਰੇ ਕੋਲ ਬੈਠੇ ਨੇ ਠੇਕੇਦਾਰ, ਅਸੀਂ ਟੈਂਚ ਦਾ ਕੰਮ ਕਮਿਸ਼ਨਰ ਕਾਰਪੋਰੇਸ਼ਨ ਦਾ ਵਧੀਆ ਵਿਜ਼ਨ ਹੈ ਕਿ ਜਿੱਥੇ ਸੜਕ ਅਸੀਂ 1-2 ਫੁੱਟ ਵੀ ਤੋੜੀ ਅਸੀਂ ਉਹਨੂੰ ਵੀ ਬਣਾਵਾਂਗੇ। ਲੇਕਿਨ ਕੰਮ ਤੁਰ ਪਿਆ, ਲਾਈਨਾਂ ਪੈ ਰਹੀਆਂ ਨੇ, ਕੋਈ ਗੱਲ ਨਹੀਂ। ਤੋ ਜੇ ਆਪਾਂ ਸ਼ੁਰੂ ਹੀ ਨਹੀਂ ਕਰਾਂਗੇ ਤੇ ਕੰਮ ਹੋਏਗਾ ਕਿੱਦਾਂ? ਸ਼ੁਰੂ ਕਰਕੇ ਤੇ ਮੈਂ ਆਪਣੇ ਆਪ ਨੂੰ ਇਹ ਤੇ ਮੈਂਟਲੀ ਸੈਟੀਸਫੈਕਸ਼ਨ ਹੈ ਕਿ ਮੈਂ ਕੰਮ ਸ਼ੁਰੂ ਕੀਤਾ। ਹੁਣ ਸ਼ੁਰੂ ਹੋਇਆ ਤੇ ਟਾਈਮ ਤੇ ਲੱਗੇਗਾ, ਲੇਕਿਨ ਲੋਕਾਂ ਨੂੰ ਕੋਈ ਅਸੀਂ ਸਹੂਲੀਅਤ ਦਿੱਤੀ ਹੈ ਤੇ ਮਨ ਨੂੰ ਸ਼ਾਂਤੀ ਮਿਲੂਗੀ ਨਾ। ਕਿਸੇ दानिश्वर शायर ने कहा है कि इस दौरे तरक्की के दस्तूर निराले हैं, जहनों में अंधेरे हैं, सड़कों पे उजाले हैं। LED ਲਾਈਟਾਂ ਬੇਸ਼ੱਕ ਸਾਡੇ ਸ਼ਹਿਰਾਂ ਦੇ ਵਿੱਚ ਲੱਗ ਰਹੀਆਂ ਨੇ, ਸੁਧਾਰ ਦਾ ਕੰਮ ਵੀ ਹੋ ਰਿਹਾ ਹੈ। ਪਲੈਨਿੰਗ ਕਮੇਟੀ ਦੇ ਬਤੌਰ ਚੇਅਰਮੈਨ ਸਾਡੇ ਕੋਲ ਅੱਜ ਮਨੋਜ ਜੀ ਨੇ ਸਾਨੂੰ ਬਹੁਤ ਕੁਝ ਦੱਸਿਆ ਕਿ ਬਹੁਤ ਕੁਝ ਹੋ ਵੀ ਰਿਹਾ ਹੈ, ਪਰ ਅਜੇ ਬਹੁਤ ਕੁਝ ਹੋਣਾ ਬਾਕੀ ਵੀ ਹੈ। ਔਰ ਇਸ ਬਹੁਤ ਕੁਝ ਹੋਣ ਦੇ ਵਿੱਚ ਸਾਡੀ ਤੇ ਤੁਹਾਡੀ ਸ਼ਮੂਲੀਅਤ ਵੀ ਓਨੀ ਹੀ ਹੈ ਜਿੰਨੀ ਇਹਨਾਂ ਦੀ ਹੈ। ਅੱਜ ਦੇ ਇਸ ਇੱਕ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਮਨੋਜ ਜੀ ਦੇ ਨਾਲ ਬਹੁਤ ਸੋਹਣੀ ਗੱਲਬਾਤ ਹੋਈ। ਮਨੋਜ ਜੀ, ਆਖਰੀ ਘੜੀਆਂ ਸਾਡੇ ਪ੍ਰੋਗਰਾਮ ਦੀਆਂ, ਇਹਦੇ ਵਿੱਚ ਤੁਸੀਂ ਕੋਈ ਖਾਸ ਗੱਲ ਤੁਹਾਡੇ ਮਨ ਦੀ ਜਿਹੜੀ ਤੁਸੀਂ ਚਾਹੁੰਦੇ ਹੋਵੋ ਕਿ ਮੈਂ ਜ਼ਰੂਰ ਸ਼ੇਅਰ ਕਰਾਂ, ਜ਼ਰੂਰ ਸਾਂਝੀ ਕਰਾਂ, ਕਿਉਂਕਿ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਨੇ, ਸ਼ਹਿਰ ਦੇ ਦਰਸ਼ਕ ਨੇ, ਉਹ ਕਮੈਂਟ ਵੀ ਕਰਦੇ ਨੇ, ਉਹ ਜਾਣਕਾਰੀ ਸਾਡੇ ਨਾਲ ਸਾਂਝੀ ਵੀ ਕਰਦੇ ਨੇ। ਸੋ ਉਹਨਾਂ ਨੂੰ ਮੁਖਾਤਿਬ ਹੁੰਦੇ ਹੋਏ ਤੁਸੀਂ ਕੋਈ ਆਖਿਰ ਦੇ ਵਿੱਚ ਕੋਈ ਨੁਕਤਾ ਰਹਿ ਗਿਆ ਹੋਵੇ। ਇੱਕ ਚੰਡੀਗੜ੍ਹ ਸ਼ਹਿਰ ਹੈ ਜੀ, ਉੱਥੇ ਇੱਕ ਬੋਰਡ ਲੱਗਾ ਸੀ, ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਲੇਕਿਨ ਉਸ ਤੋਂ ਬਾਅਦ ਕਿਸੇ ਨੇ ਉੱਥੇ ਕਹਿ ਦਿੱਤਾ ਕਿ ਸੜਿਆ ਫੁੱਲ ਗੁਲਾਬ ਨਾਲ ਸੱਤਿਆਨਾਸ਼ ਪੰਜਾਬ ਦਾ। ਲੇਕਿਨ ਇਹ ਚੀਜ਼ਾਂ ਹੋਈਆਂ ਜਦੋਂ ਸਰਕਾਰਾਂ ਦਾ ਵਿੱਚ ਹੁੰਦਾ, ਲੋਕੀ ਤੁਹਾਨੂੰ ਪਤਾ ਕਮੈਂਟ ਵੀ ਪੁੱਠੇ ਵੀ ਦਿੰਦੇ ਨੇ, ਸਿੱਧੇ ਵੀ ਦਿੰਦੇ ਨੇ। ਮੇਰੀ ਕੋਸ਼ਿਸ਼ ਕਿ ਕਹਿੰਦੇ ਮੇਰੇ ਸੋਹਣੇ ਜਿਹੇ ਸ਼ਹਿਰ ਨੂੰ ਨਜ਼ਰ ਲੱਗ ਗਈ, ਇਹਦੀ ਕੋਈ ਨਜ਼ਰ ਉਤਾਰੋ, ਕੋਈ ਕਾਲੀਆਂ ਮਿਰਚਾਂ ਵਾਰੋ, ਕੋਈ ਲਾਲ ਮਿਰਚਾਂ ਵਾਰੋ। ਅੱਜ ਦੀ ਡੇਟ 'ਚ ਜਦੋਂ ਕੋਈ ਜਲੰਧਰ ਦੇ ਵਿੱਚ ਆਉਂਦਾ ਨਾ, ਉਹ ਫਿਰ ਜਲੰਧਰ ਤੋਂ ਬਾਹਰ ਨਹੀਂ ਜਾਣ ਨੂੰ ਤਿਆਰ। ਕੋਈ NRI ਉਹ ਕਹੇਗਾ ਮੈਂ ਘਰ ਜਲੰਧਰ ਬਣਾਉਣਾ, ਜੇ ਕੋਈ ਬਿਊਰੋਕਰੇਟ ਤੇ ਜਲੰਧਰ ਆਉਂਦਾ ਉਹ ਕਹਿੰਗੇ ਸਭ ਤੋਂ ਵਧੀਆ ਸ਼ਹਿਰ ਜਲੰਧਰ, ਰਹਿਣਾ ਤੇ ਮੈਂ ਜਲੰਧਰ ਹੈ। ਆਫਟਰ ਰਿਟਾਇਰਮੈਂਟ ਉਹਦੀ ਕੋਸ਼ਿਸ਼ ਹੁੰਦੀ ਜਲੰਧਰ ਰਹਿਣ ਦੀ, ਕਿਉਂਕਿ ਲੁਧਿਆਣੇ ਵਿੱਚ ਮੈਂ ਅੱਜ ਚੀਜ਼ ਦੇਖੀ, ਪੋਲੂਸ਼ਨ ਹੀ ਇੰਨਾ ਕੋ ਲੋਕਾਂ ਨੂੰ, ਕਿਉਂਕਿ ਸ਼ਹਿਰ ਹੁਣ ਜਲੰਧਰ ਸ਼ਹਿਰ ਬਣਿਆ ਸੀ 5-7 ਲੱਖ ਵਾਸਤੇ, ਅੱਜ ਇੱਥੇ ਵੀ 15 ਲੱਖ ਦੀ ਆਬਾਦੀ ਹੋ ਗਈ ਹੈ ਜੇ ਅਸੀਂ ਓਫੀਸ਼ੀਅਲ ਦੇਖੀਏ ਤੇ। ਅਨਓਫੀਸ਼ੀਅਲ ਤਾਂ ਸ਼ਾਇਦ ਇੱਥੇ 20-25 ਲੱਖ ਹੋਏਗੀ। ਲੇਕਿਨ ਲੋਕਾਂ ਨੇ ਆਪਣੇ ਵਧੀਆ ਘਰ ਬਣਾਏ, ਕੋਲੋਨਾਈਜ਼ਰ ਵੀ ਆਏ, ਪ੍ਰਾਈਵੇਟ ਕੋਲੋਨਾਈਜ਼ਰ ਵੀ ਆਏ, ਪੁੱਡਾ ਵੀ ਆਈ। ਕਾਰਨ ਮੈਂ ਥੋੜ੍ਹੀ ਸੁਜੈਸ਼ਨ ਦਿੱਤੀ ਸੀ ਇਹਨਾਂ ਨੂੰ DPR 'ਚ ਕਿ ਤੁਸੀਂ ਛੋਟੇ ਸ਼ਹਿਰਾਂ ਨੂੰ ਵਿਕਸਿਤ ਕਰੋ। ਸਪੋਜ਼ਿੰਗ ਜਲੰਧਰ ਨਕੋਦਰ ਹੈ, ਨਕੋਦਰ ਜੇ ਜਲੰਧਰ ਤੋਂ 20 ਕਿਲੋਮੀਟਰ ਦੂਰ ਹੈ, ਇੱਥੇ ਵੀ ਪੁੱਡਾ ਕਲੋਨੀਆਂ ਬਣਾਵੇ ਤਾਂ ਲੋਕ ਜਾਣਗੇ। ਆਦਮਪੁਰ ਹੈ, ਲਾਂਬੜਾ ਹੈ, ਕਰਤਾਰਪੁਰ, ਸ਼ਾਹਕੋਟ, ਫਿਰ ਇੱਧਰ ਫਲੋਰ, ਗੁਰਾਇਆ, ਛੋਟੇ ਛੋਟੇ ਸ਼ਹਿਰ ਨੇ। ਜੇ ਪੁੱਡਾ ਇੱਥੇ ਵੀ ਅਰਬਨ ਸਟੇਟ ਬਣਾਵੇ, ਕਲੋਨੀਆਂ ਬਣਾਵੇ, ਲੋਕਾਂ ਨੂੰ ਥੋੜ੍ਹਾ ਜਿਹਾ ਰਹਿਣ ਸਹਿਣ ਬਣੇਗਾ। ਕਿਉਂਕਿ ਜਿਹੜੀ ਅਰਬਨ ਡਿਵੈਲਪਮੈਂਟ ਕੰਮ ਕਰਦੀ ਹੈ ਨਾ, ਉਹਦੇ 'ਚ ਹੋ ਗਿਆ ਤੁਹਾਨੂੰ ਇਨਫਰਾਸਟਰਕਚਰ ਵਧੀਆ ਮਿਲੇਗਾ। ਲੇਕਿਨ ਉਸ ਗੱਲ 'ਤੇ ਮੈਂ ਜੇ ਚੱਲ ਰਿਹਾ, ਕਿਉਂਕਿ ਜੇ ਪ੍ਰਾਈਵੇਟ ਕੋਲੋਨਾਈਜ਼ਰ ਉਹ ਤਾਂ ਅਖੀਰ 'ਤੇ ਪਾਰਕ ਵੀ ਵੇਚ ਜਾਂਦੇ ਨੇ, ਲੱਭਦਾ ਕੁਛ ਨਹੀਂ। ਅਤੇ ਜੇ ਇਹੀ ਗੌਰਮੈਂਟ ਨੇ ਕੀਤੀ ਹੋਏਗੀ, ਕਮ ਸੇ ਕਮ ਪਾਰਕ 'ਤੇ ਮਿਲਣਗੇ ਵਧੀਆ, ਤੁਹਾਨੂੰ ਵਾਟਰ ਸਪਲਾਈ ਮਿਲੇਗੀ, ਵਧੀਆ ਲਾਈਟਾਂ ਲੱਗਣਗੀਆਂ। ਕੋਸ਼ਿਸ਼ ਮੇਰੀ ਵੀ ਜਾਰੀ ਹੈ ਕਿ ਪੁੱਡਾ ਇਸ ਸਕੀਮ ਨੂੰ ਲਾਗੂ ਕਰ ਦੇਵੇ ਛੋਟੇ ਸ਼ਹਿਰਾਂ 'ਚ, ਕਿਉਂ ਦੂਜੇ ਸ਼ਹਿਰ 'ਚ ਸਿਟੀ ਜਲੰਧਰ ਨੂੰ ਥੋੜ੍ਹਾ ਜਿਹਾ ਕਰੋੜ ਘੱਟ ਮਿਲੇ,
ਕਿ ਲੋਕਾਂ ਦੀ ਆਵਾਜਾਈ ਨਕੋਦਰ, ਸ਼ਾਹਕੋਟ, ਫਲੋਰ, ਗੁਰਾਇਆ, ਕਰਤਾਰਪੁਰ ਬਣੇ, ਲੇਕਿਨ ਇਹਦੇ ਬਾਰੇ ਅਜੇ ਤੱਕ ਵਿਚਾਰ ਜਾਰੀ ਹੈ, ਕੋਸ਼ਿਸ਼ ਜਾਰੀ ਹੈ ਕਿ ਸ਼ਾਇਦ ਠੀਕ ਵੀ ਹੋ ਜਾਵੇ। ਬੜੀ ਖੂਬਸੂਰਤ ਗੱਲ ਕੀਤੀ ਮਨੋਜ ਜੀ ਨੇ। ਔਰ ਜਿਵੇਂ ਕਿ ਅਸੀਂ ਦਿੱਲੀ 'ਚ ਦੇਖਦੇ ਹਾਂ ਕਿ ਕਿਸੇ ਸਮੇਂ ਉਹ ਦਿੱਲੀ ਸੀ, ਫਿਰ ਨਵੀਂ ਦਿੱਲੀ ਬਣੀ ਔਰ ਹੁਣ ਇਸ ਵੇਲੇ NCR ਨੈਸ਼ਨਲ ਕੈਪੀਟਲ ਰੀਜਨ ਬਣ ਚੁੱਕਾ ਹੈ। ਮਨੋਜ ਜੀ ਨੇ ਵੀ ਬੜਾ ਖੂਬਸੂਰਤ ਆਪਣਾ ਵਿਜ਼ਨ ਦੱਸਿਆ ਕਿ ਜਲੰਧਰ ਦਾ ਵੀ ਸ਼ਾਇਦ ਜਲੰਧਰ ਕੈਪੀਟਲ ਰੀਜਨ ਸ਼ਾਇਦ ਬਣ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ, ਜੋ ਇਹਨਾਂ ਦਾ ਵਿਜ਼ਨ ਹੈ ਉਹਦੇ ਹਿਸਾਬ ਦੇ ਨਾਲ। ਬਹਰਹਾਲ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਤਾਂ ਗੱਲਾਂ ਤਾਂ ਬਹੁਤ ਸਾਰੀਆਂ ਨੇ, ਪਰ ਇਹਨਾਂ ਦਾ ਸਮਾਂ ਬੜਾ ਕੀਮਤੀ ਹੈ। ਉਸ ਸਮੇਂ ਦੀ ਕਦਰ ਕਰਦੇ ਹੋਏ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਕਰਦੇ ਹਾਂ ਕਿ ਖੁਸ਼ਬੂ ਪੰਜਾਬ ਦੀ ਚੈਨਲ ਦੇ ਲਈ ਇਹਨਾਂ ਨੇ ਇੰਨਾ ਸਮਾਂ ਕੱਢਿਆ। ਮਨੋਜ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਧੰਨਵਾਦ ਜੀ, ਬਹੁਤ ਬਹੁਤ। ਇੱਕ ਤੁਸੀਂ ਹੋਰ ਦੇਖੋ, ਸਾਡੇ ਸ਼ਹਿਰ ਦੀਆਂ